हालेलुया। तो बाणी दे विच असीं सिੱਖਣ वास्ते जा रहे हैं परमेश्वर के शब्द नूं मनना। परमेश्वर के शब्दां नूं बोलो भाई की करना। परमेश्वर के शब्दां नूं मनना तो ताई दे याद रहेगा। जे चेते रहेगा तो फिर मन सकते हैं। तो असीं अज याद रखना है, चेते रखना है, फिर असीं इहनूं मन सकते हैं। असीं परमेश्वर के पवित्र कलाम दे विचों जो यूहन्ना दी इंजील दे विच 9 बाब दे विच एक आदमी को देखते हैं जिहड़ा जमांदरू अंधा है। जमांदरू ही अंधा है। तो यीशु मसीह जी उस नगर में आ गए। कोई ना पढ़िए इस कलाम में। बहुत बहरो किथे भाई खोदे खोदो खोदो अपनी अपनी गाला खोदो काली रखिया ने। हालेलुया। यूहन्ना दी इंजील 9 बाब 1 ऐत तो पढ़िए कोई ना। चलिया जाता सी ਜਦੋਂ ਪਹਿਲਾਂ ਯਿਸੂ ਮਸੀਹ ਜੀ ਚਲੇ ਜਾਂਦੇ ਸੀ ਤਾਂ ਉਸਨੇ ਇੱਕ ਮਨੁੱਖ ਦੇਖਿਆ ਉਹਨਾਂ ਨੇ ਇੱਕ ਆਦਮੀ ਦੇਖਿਆ ਜਿਹੜਾ ਜਮਾਂਦਰੂ ਅੰਨਾ ਸੀ ਜਿਹੜਾ ਵਿਦੇਸ਼ ਤੋਂ ਅੰਨਾ ਸੀ। और उसने चेहरे ने उसने पूछा ਸੁਣੀਏ ਉਹਦੇ ਚੇਲੇ ਨੇ ਉਸ ਨੂੰ ਕੀ ਕੀਤਾ ਪੁੱਛਿਆ। ਜਲਦੀ ਜਲਦੀ ਮੈਨੂੰ ਹੋ ਗਈ ਸਾਰਾ ਦਾ ਧਿਆਨ ਤੇ ਤੁਹਾਡੇ ਵੱਲ ਜਾਂਦਾ ਹੈ। हमें की हो गया ਹਾਲੇਲੂਇਆ। ਯਿਸੂ ਮਸੀਹ ਜੀ ਨੇ ਚੇਲਿਆਂ ਨੇ ਕਿਹਾ ਯਿਸੂ ਮਸੀਹ ਜੀ ਨੂੰ ਚੇਲੇ ਪੁੱਛਣ ਲੱਗੇ ਹਾਂਜੀ स्वामी जी किन्ने पाप कीता स्वामी जी किन्ने पाप कीता। इसने ਜਾਂ ਇਹਦੇ ਮਾਪਿਆਂ ਨੇ इस आदमी ने पाप किया ਜਾਂ ਇਹਦੇ मां-बाप ने पाप किया ਜਾਂ ਇਹਦੇ ਦਾਦੀ-ਦਾਦੇ ਨੇ पाप किया ਜਾਂ ਇਹਦੇ ਪੜਦਾਦੇ ਦੇ ਪੜਦਾਦੀ ਨੇ पाप ਕੀਤਾ ਆ। ਕਿਉਂਕਿ ਪੁਰਾਣੇ ਨਿਯਮ ਦੇ ਵਿੱਚ ਦੱਸਿਆ ਗਿਆ ਸੀਗਾ ਪਿਛਲੇ ਬੁੱਧਵਾਰ ਦੀ ਇਬਾਦਤ ਦੇ ਵਿੱਚ ਦੱਸਿਆ ਗਿਆ ਸੀਗਾ ਜਦੋਂ ਅਸੀਂ ਕੋਲ ਦੇ ਗ੍ਰੰਥ ਦੇ ਵਿੱਚੋਂ 20 ਬਾਬ ਚ ਪੜ੍ਹਦੇ ਸੀਗੇ ਯਹੋਵਾ ਪਰਮੇਸ਼ਵਰ ਅਣਖ ਵਾਲਾ ਪਰਮੇਸ਼ਵਰ ਆ। ਉਹ ਮਾਂ-ਬਾਪ ਦੀ ਬਦੀ ਨੂੰ ਬੱਚਿਆਂ ਉੱਤੇ ਤੀਜੀ ਚੌਥੀ ਪੀੜ੍ਹੀ ਤੇ ਧਿਆਉਣ ਦੀ ਸ਼ਕਤੀ ਰੱਖਦਾ ਆ। ਔਰ ਸ਼ਾਇਦ ਇਹ ਚੇਲੇ ਵੀ ਇਸੇ ਗੱਲ ਨੂੰ ਲੈ ਕੇ ਯਿਸੂ ਮਸੀਹ ਨੂੰ ਕਹਿ ਰਹੇ ਆ ਪ੍ਰਭੂ ਜੀ ਇਹ ਵਿਦੇਸ਼ੀ ਅੰਨਾ ਜੰਮਿਆ ਆ ਕਿਉਂ ਹੋਇਆ ਇਦਾਂ ਕਿਹਨੇ ਪਾਪ ਕੀਤਾ। ਇਹਨੇ ਪਾਪ ਕੀਤਾ ਕਿ ਇਹਦੇ ਮਾਂ-ਬਾਪ ਨੇ ਪਾਪ ਕੀਤਾ। ਹੋ ਸਕਦਾ ਆ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੁਝ ਸੰਘਰਸ਼ ਚੱਲ ਰਿਹਾ ਹੋਵੇ। ਹੋ ਸਕਦਾ ਆ ਸਾਡੇ ਪਰਿਵਾਰ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਚੱਲ ਰਹੀ ਹੋਵੇ ਜਿਸ ਤਰ੍ਹਾਂ ਕਿ ਇਹ ਆਦਮੀ ਵਿਦੇਸ਼ੀ ਅੰਨਾ ਸੀਗਾ। ਹੋ ਸਕਦਾ ਸਾਡੇ ਘਰ ਵਿੱਚ ਕੋਈ ਪ੍ਰੋਬਲਮ ਹੋਵੇ, ਕੋਈ ਬਿਮਾਰੀ ਹੋਵੇ ਜਿਹੜੀ ਲਗਾਤਾਰ ਚੱਲ ਰਹੀ ਆ ਜਿਹੜੀ ਲੱਖਾਂ ਡਾਕਟਰਾਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਉਹ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਔਰ ਕਈ ਵਾਰੀ ਅਸੀਂ ਸੋਚਦੇ ਆ ਇਹ ਸ਼ਾਇਦ ਮੇਰੇ ਕਰਮਾਂ ਦਾ ਫਲ ਆ। और कई बार दूसरे सोचने वाले भी कह देते हैं भाई शायद ये माँ-बाप ने पाप किया सीगा। कई बार सी तरह की गल्लां सोचनियां शुरू कर देंगे हैं। इस इहदे घर विच बच्चा अन्ना पैदा होया, हैंडीकैप पैदा होया या कोई बीमार पैदा होया, इन्हें जरूर कोई पाप किया होगा। हालेलुया। पर यीशु मसीह ने आके सारा कुछ सरल कर दिता। पुराने नियम दे विच दस्सिया गया सीगा मैं माँ-बाप की बदी नूं बच्चों ते लिआउंदा आ और यीशु मसीह ने आके सारा कुछ खत्म कर दिता, चेंज कर दिता, सुखाड़ा कर दिता। वो बिल्कुल सौखा करके रखता, सरल करके रख दिता। कहना नहीं नहीं भाई इस तरह की कोई गल नहीं हैगी। भाई माँ बाप की बदी करके अन्ना पैदा होया, ये इस करके अन्ना पैदा होया भाई ਇਹਦੇ ਵਿੱਚ परमेश्वर के काम प्रगट होण। सर्व आमीन। अगर मेरी या ਤੁਹਾਡੀ लाइफ ਦੇ ਵਿੱਚ परिवार ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਚੱਲ ਰਹੀ ਆ ਜਿਸ ਤੋਂ ਅਸੀਂ ਅੱਕ ਚੁੱਕੇ ਆ। ਇਸ ਆਦਮੀ ਦੇ ਘਰ ਦੇ ਵਿੱਚ ਅੱਕ ਚੁੱਕੇ ਸੀਗੇ। ਇਹਦਾ ਮਾਂ-ਬਾਪ ਵੀ ਅੱਕ ਚੁੱਕਿਆ ਸੀ, ਇਹਦੇ ਭੈਣ ਭਰਾ ਵੀ ਅੱਕ ਚੁੱਕੇ ਸੀ। ਇਹ ਅੰਨਾ ਸੀ, ਇਹਨੂੰ ਚੱਕਦੇ ਸੀ, ਉੱਥੇ ਜਾ ਕੇ ਬਿਠਾ ਲਾਉਂਦੇ ਸੀ ਤੇ ਚੱਲ ਬਈ ਭੀਖ ਮੰਗੀ ਜਾ। ਅੱਗੇ ਜਾ ਕੇ ਸਾਫ਼ ਦੇਖਿਆ ਜਦੋਂ ਲੋਕਾਂ ਨੇ ਪਹਿਚਾਨਿਆ ਇਹ ਤਾਂ ਹੋਈ ਆ ਜਿਹੜਾ ਭੀਖ ਮੰਗਦਾ ਹੁੰਦਾ ਸੀਗਾ। ਸਾਰੇ ਇਹਦੇ ਤੋਂ ਦੁਖੀ ਹੋਏ ਸੀ, ਸਾਰੇ ਛੱਡ ਜਾਂਦੇ ਸੀ। चल इतने बैठा रहे जिन्हें जो है इतने बैठा रहे। शायद थोड़े भी घर के प्रॉब्लम यही कहते होंगे तो जिन्हें कुछ होगा बस इतने बैठा रहे, इस तो बाद तो कुछ नहीं कर सकता। गौर करिए, ध्यान से सुनिए, किसी ने गलबात नहीं करनी। शायद थोड़े घर के पति या पत्नी
ਜਾਂ ਤੁਹਾਡੇ ਬੱਚੇ ਜਾਂ ਤੁਹਾਡੀ ਮਾਂ ਤੁਹਾਨੂੰ ਇਹ ਕਹਿੰਦੀ ਹੋਵੇ ਤੂੰ ਜਿੰਨੇ ਜੋਗਾ ਹੈਗਾ ਤੂੰ ਬਸ ਇੱਥੇ ਰਹਿ, ਤੂੰ ਇੱਥੇ ਬੈਠਾ ਰਹਿ, ਤੂੰ ਇੰਨੇ ਜੋਗਾ ਤੂੰ ਇੰਨੇ ਜੋਗੀ ਆ। ਪਰ ਜਦੋਂ ਪਰਮੇਸ਼ਵਰ ਜੀ ਸਾਡੀ ਜ਼ਿੰਦਗੀ 'ਚ ਆ ਜਾਂਦੇ ਆ ਉਹ ਸਾਰਾ ਕੁਝ ਸਰਦ ਕਰ ਦਿੰਦੇ ਆ। ਪ੍ਰਭੂ ਜੀ ਨੇ ਕਿਹਾ ਇਹ ਇਸ ਕਰਕੇ ਥੋੜੀ ਨਾ ਪੈਦਾ ਹੋਇਆ ਭਾਈ ਇਹ ਦੁਖੀ ਰਹੇ ਸਾਰੀ ਉਮਰ। ਪਰਮੇਸ਼ਵਰ ਨਹੀਂ ਚਾਹੁੰਦੇ ਕਿ ਅਸੀਂ ਦੁਖੀ ਰਹੀਏ, ਪਰਮੇਸ਼ਵਰ ਨਹੀਂ ਚਾਹੁੰਦੇ ਕਿ ਅਸੀਂ ਸਦਾ ਬਿਮਾਰੀ ਦੇ ਵਿੱਚ ਹੀ ਫਸੇ ਰਹੀਏ, ਪਰਮੇਸ਼ਵਰ ਨਹੀਂ ਚਾਹੁੰਦੇ ਕਿ ਅਸੀਂ ਲਗਾਤਾਰ ਉਹ ਜਿਹੜਾ ਦੁਸ਼ਟ ਆਤਮਾ ਨਸ਼ੇ ਦਾ ਦੁਸ਼ਟ ਆਤਮਾ ਆ ਸਾਡੇ ਪਰਿਵਾਰਾਂ ਨੂੰ ਨਾਸ਼ ਕਰੀ ਜਾਏ। ਪਰਮੇਸ਼ਵਰ ਨਹੀਂ ਚਾਹੁੰਦੇ, ਪਰਮੇਸ਼ਵਰ ਨਹੀਂ ਚਾਹੁੰਦੇ ਕਿ ਸਾਡੇ ਪਰਿਵਾਰ ਦੇ ਵਿੱਚ ਹਰ ਰੋਜ਼ ਹਰ ਸਮੇਂ ਹਰ ਘੜੀ ਲੜਾਈ ਝਗੜਾ ਚੱਲਦਾ ਰਹੇ। ਪਰਮੇਸ਼ਵਰ ਨਹੀਂ ਚਾਹੁੰਦੇ। ਪਰਮੇਸ਼ਵਰ ਕਹਿੰਦੇ ਆ ਇਸ ਕਰਕੇ ਹੋਇਆ ਸਾਰਾ ਕੁਝ ਭਾਈ ਤੇਰੀ ਜ਼ਿੰਦਗੀ ਵਿੱਚ ਮੇਰੇ ਕੰਮ ਹੋਣ। ਬੋਲੋ ਆਮੀਨ। ਅਗਰ ਸਾਡਾ ਛੁਟਕਾਰਾ ਨਹੀਂ ਹੋ ਰਿਹਾ ਪਰਮੇਸ਼ਵਰ ਨੂੰ ਮਹਿਮਾ ਦੇਣੀ ਸ਼ੁਰੂ ਕਰ ਦਿਓ। ਸਾਡੀ ਗੱਲ ਚੱਲਦੀ ਹੈ ਪਰਮੇਸ਼ਵਰ ਦੇ ਸ਼ਬਦ ਨੂੰ ਮੰਨਣਾ। ਇਸ ਆਦਮੀ ਦਾ ਅੱਗੇ ਜਾ ਕੇ ਸ਼ਬਦ ਲੱਗਣਾ ਆ। ਅਜੇ ਤਾਂ ਯਿਸੂ ਮਸੀਹ ਜੀ ਦੀ ਚੇਲਿਆਂ ਨਾਲ ਗੱਲ ਹੋ ਰਹੀ ਆ, ਇਹਦਾ ਸ਼ਬਦ ਤਾਂ ਇਹ ਲੱਗਣਾ ਆ। ਤਾਂ ਯਿਸੂ ਮਸੀਹ ਜੀ ਨੇ ਆਖਿਆ ਪਹਿਲੇ ਨਹੀਂ ਇਹਦੀ ਜ਼ਿੰਦਗੀ 'ਚ ਹੁਣ ਮੇਰੇ ਕੰਮ ਪ੍ਰਗਟ ਹੋਣਗੇ, ਇਹ ਮੇਰੇ ਕੰਮਾਂ ਨੂੰ ਮਹਿਮਾ ਦੇਗਾ। ਅਗਰ ਤੁਹਾਡੇ ਪਰਿਵਾਰਾਂ ਵਿੱਚ ਤੁਹਾਡੇ ਸਰੀਰਾਂ ਦੇ ਵਿੱਚ ਕੋਈ ਪ੍ਰੋਬਲਮ ਕੋਈ ਦੁੱਖ ਨਹੀਂ ਨਿਕਲਿਆ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੇਣੀ ਸ਼ੁਰੂ ਕਰ ਦਿਓ, ਦੁਆ ਕਰਨੀ ਸ਼ੁਰੂ ਕਰ ਦਿਓ, ਕਲਾਮ ਸੁਣਾਉਣਾ ਤੇ ਸੁਣਨਾ ਸ਼ੁਰੂ ਕਰ ਦਿਓ, ਪਰਮੇਸ਼ਰ ਦੀ ਵਰਸ਼ਿਪ ਕਰਨੀ ਸ਼ੁਰੂ ਕਰ ਦਿਓ। ਵੈਸੇ ਕਰਕੇ ਕਹਿੰਦਾ ਆ ਜਦੋਂ ਚਰਚ ਵਿੱਚ ਬੈਠਦੇ ਹੋ ਤਾਂ ਤਨੋਂ ਮਨੋਂ ਪਰਮੇਸ਼ਰ ਦੀ ਆਰਾਧਨਾ ਕਰੋ। ਬੜੇ ਲੋਕ ਤਨੋਂ ਮਨੋਂ ਲੱਗੇ ਹੁੰਦੇ ਆ, ਉਹ ਕਈਆਂ ਨੂੰ ਮੈਂ ਦੇਖ ਰਿਹਾ ਉਹ ਇੱਧਰ ਹੀ ਦੇਖੀ ਜਾਂਦੇ ਆ, ਕਦੀ ਇੱਧਰ ਦੇਖੀ ਜਾਂਦੇ ਆ। ਮੈਂ ਕਹਿ ਰਿਹਾ ਭਾਈ ਇੱਥੋਂ ਕਿਸੇ ਨੇ ਨਹੀਂ ਜਾਣਾ, ਸਾਰੇ ਇੱਥੇ ਰਹਿਣੇ ਆ, ਨੁਕਸਾਨ ਜਿਹੜਾ ਹੋ ਗਿਆ ਇਹ ਸਭ ਇੱਥੇ ਰਹਿਣੇ ਆ। ਬਾਅਦ ਚ ਕਹਿੰਦਾ ਵੀ ਜੇ ਜਾਣਗੇ ਨਾ ਫਿਰ ਜਲਦੀ ਪੂਰੀ ਆ, ਕੋਈ ਨਹੀਂ ਜਾਣਦਾ। ਆਪਣਾ ਨੁਕਸਾਨ ਨਾ ਕਰਾਈਏ, ਸਮੇਂ ਦਾ ਫਾਇਦਾ ਲਈਏ, ਸਮੇਂ ਦੀ ਕਦਰ ਕਰੀਏ। ਪਰਮੇਸ਼ਰ ਦੇ ਕਲਾਮ ਦੇ ਵਿੱਚ ਸਮੇਂ ਦੀ ਬਹੁਤ ਜ਼ਿਆਦਾ ਕਦਰ ਦੱਸੀ ਗਈ ਆ। ਪਰਮੇਸ਼ਰ ਆਪਣੇ ਸਮੇਂ ਦਾ ਪਰਮੇਸ਼ਰ ਹੈ। ਸਮੇਂ ਤੋਂ ਪਹਿਲੇ ਕੁਝ ਵੀ ਹੋ ਨਹੀਂ ਸਕਦਾ। ਇੱਕ ਮਰਨ ਦਾ ਸਮਾਂ, ਇੱਕ ਜੰਮਣ ਦਾ, ਇੱਕ ਵਿਛੜਨ ਦਾ ਸਮਾਂ, ਇੱਕ ਗੱਲ ਲੱਗਣ ਦਾ ਸਮਾਂ, ਇੱਕ ਮਾਰਨ ਦਾ ਸਮਾਂ ਔਰ ਇੱਕ ਮਰੇ ਹੋਏ ਨੂੰ ਜਿਉਣ ਦਾ ਸਮਾਂ ਆ। ਉਹ ਸਾਰੇ ਸਮੇਂ ਦੱਸੇ ਗਏ ਆ। ਪਰ ਸਾਡੀ ਗੱਲ ਚੱਲ ਰਹੀ ਆ ਪਰਮੇਸ਼ਰ ਦੇ ਸ਼ਬਦ ਨੂੰ ਮੰਨਣਾ। ਤੇ ਯਿਸੂ ਮਸੀਹ ਜੀ ਨੇ ਕੀ ਕੀਤਾ? ਉਸ ਆਦਮੀ ਨੂੰ ਚੰਗੇ ਕਰਨ ਦੇ ਲਈ ਕੋਈ ਜੜੀਆਂ ਬੂਟੀਆਂ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਜਦੋਂ ਕੋਈ ਪਹਾੜਾਂ ਤੇ ਜਾਓ, ਪਤਰਸ ਤੁਸੀਂ ਇੱਧਰ ਨੂੰ ਚਲੇ ਜਾਓ, ਥੋਮਾ ਤੂੰ ਇੱਧਰ ਨੂੰ ਚਲਿਆ ਜਾ, ਅੰਦਰੀਅਸ ਭੈਣ ਨੂੰ ਜਾ, ਕਿਸੇ ਨੂੰ ਬੂਟੀ ਮਿਲੇਗੀ ਤਾਂ ਛੇਤੀ ਆ ਜਾਓ, ਛੇਤੀ ਆ ਜਾਓ, ਛੇਤੀ ਮੈਂ ਦਵਾਈ ਬਣਾਵਾਂਗਾ, ਇਸ ਆਦਮੀ ਦੇ ਅੱਖਾਂ ਤੇ ਲਾਵਾਂਗਾ, ਠੀਕ ਹੋ ਜਾਏਗਾ। ਯਿਸੂ ਮਸੀਹ ਜੀ ਦੀ ਦਵਾਈ ਹਰ ਸਮੇਂ ਦੇ ਕੋਲ ਹੀ ਹੁੰਦੀ ਹੈ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦੀ ਦਵਾਈ ਪਰਮੇਸ਼ਰ ਦੇ ਕੋਲ ਹੁੰਦੀ ਆ। ਪ੍ਰਭੂ ਜੀ ਨੇ ਆਪਣੀ ਦੁੱਖ ਦੇ ਨਾਲ ਮਿੱਟੀ ਗਿੱਲੀ ਕੀਤੀ, ਉਹਦੀ ਅੱਖਾਂ ਨੂੰ ਲਾਈ ਔਰ ਉਹਨੂੰ ਕਿਹਾ ਭਈ ਜਾ ਸ਼ਬਦ ਲੱਗ ਗਿਆ, ਜਾ ਸਿਲੋਆਮ ਦੇ ਕੋਲ ਦੇ ਵਿੱਚ ਧੋ ਤੇ ਸੁੱਟ ਦੇ। ਧੋ ਕੇ ਸੁੱਟਿਆ। ਸਾਨੂੰ ਆਪਣੇ ਆਪ ਵਿੱਚੋਂ ਕੁਝ ਕੱਢ ਕੇ ਸੁੱਟਣ ਦੀ ਲੋੜ ਆ। ਹੁਣ ਇਸ ਆਦਮੀ ਨੂੰ ਸ਼ਬਦ ਲੱਗ ਗਿਆ। ਇਹ ਜਿੱਥੇ ਖੜਾ ਸੀ ਉੱਥੋਂ ਜਦੋਂ ਭੇਜਿਆ ਗਿਆ ਉਹਨੂੰ ਤੁਰ ਪਿਆ, ਸ਼ਬਦ ਨੂੰ ਮੰਨ ਲਿਆ। ਵਾਪਸ ਨਹੀਂ ਗਿਆ, ਮੈਂ ਘਰ ਜਾਣਾ ਆ, ਜਾ ਕੇ ਪਾਪੇ ਨੂੰ ਪੁੱਛਣਾ ਪਾਪਾ ਸਿਲੋਆਮ ਦਾ ਕੁੰਡ ਕਿੱਧਰ ਆ? ਮੈਂ ਤਾਂ ਸਾਰੀ ਉਮਰ ਕਦੀ ਦੁਨੀਆ ਨਹੀਂ ਦੇਖੀ, ਮੈਂ ਤਾਂ ਕਦੀ ਦੇਖਿਆ ਨਹੀਂ ਬੰਦੇ ਕਿੱਦਾਂ ਦੇ, ਜਨਾਨੀਆਂ ਕਿੱਦਾਂ ਦੀਆਂ, ਦਰਖਤਾਂ ਦਾ ਕਲਰ ਕਿੱਦਾਂ ਦਾ ਹੁੰਦਾ ਆ, ਕੋਠੇ ਕਿੱਦਾਂ ਦੇ ਹੁੰਦੇ ਆ, ਮੈਂ ਤਾਂ ਕਦੀ ਇਸ ਤਰ੍ਹਾਂ ਦਾ ਦੇਖਿਆ ਹੀ ਨਹੀਂ। ਇਹ ਵਾਪਸ ਘਰ ਵੱਲ ਨੂੰ ਨਹੀਂ ਭੱਜਿਆ, ਮੈਂ ਆਪਣੇ ਮੰਮੀ ਕੋਲ ਭੱਜ ਜਾਵਾਂ, ਡੈਡੀ ਕੋਲ ਭੱਜ ਜਾਵਾਂ। ਇਹਨੂੰ ਜਦੋਂ ਹੀ ਸਮਝ ਲੱਗ ਗਿਆ ਤੂੰ ਚੱਲ ਹੁਣ ਸਿਲੋਆਮ ਦੇ ਕੋਲ ਨੂੰ ਚੱਲ, ਉਧਰ ਨੂੰ ਚਲਿਆ ਗਿਆ। ਪਾਣੀ ਚ ਨਿਕਲਿਆ, ਜਾ ਕੇ ਅੱਖਾਂ ਨੂੰ ਧੋਤਾ, ਧੋ ਕੇ ਸੁੱਟ ਕੇ ਵਾਪਸ ਆ ਗਿਆ। ਕਹਿੰਦਾ ਮੈਂ ਸਜਾਖਾ ਹੋ ਗਿਆ। ਸਰਬ ਹਾਲੇਲੂਇਆ। ਜੇਕਰ ਇਹ ਆਦਮੀ ਸ਼ਬਦ ਨੂੰ ਨਾ ਮੰਨਦਾ ਸਜਾਖਾ ਹੋ ਸਕਦਾ ਸੀ ਜੀ? ਦੱਸੋ। ਸਾਨੂੰ ਇਸ ਸ਼ਬਦ ਨੂੰ ਮੰਨਣ ਦੀ ਲੋੜ ਆ। ਬਾਣੀ ਚ ਲਿਖਿਆ ਪਰਮੇਸ਼ਰ ਦਾ ਕਲਾਮ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਲਿਖਿਆ ਗਿਆ ਆ ਔਰ ਯਿਸੂ ਮਸੀਹ ਖੁਦ ਸ਼ਬਦ ਨੇ। ਹਾਲੇਲੂਇਆ, ਸਰਬ ਹਾਲੇਲੂਇਆ। ਪਰਮੇਸ਼ਰ ਜੀ ਸਾਨੂੰ ਵੀ ਸ਼ਬਦ ਲਾ ਦਿੰਦੇ ਆ। ਜਿਹਨੇ ਲੋਕ ਸ਼ਬਦ ਨੂੰ ਮੰਨ ਲੈਂਦੇ ਆ ਉਹ ਪਰਮੇਸ਼ਰ ਉਹਨਾਂ ਦਾ ਭਲਾ ਕਰਦੇ ਆ। ਪਰ ਜਿਹੜੇ ਲੋਕ ਆਪਣੀ ਮਰਜ਼ੀ ਕਰਦੇ ਆ, ਨਹੀਂ ਛੱਡੋ ਪਰੇ ਯਾਰ, ਸਿਲੋਆਮ ਦੇ ਕੁੰਡ ਚ ਧੋਣ ਦਾ ਕੀ ਫਾਇਦਾ ਆ? ਕਿ ਮੈਂ ਰੋਜ਼ ਮੂੰਹ ਧੋਂਦਾ? ਮੈਂ ਦਵਾਈਆਂ ਨਹੀਂ ਲਈਆਂ, ਹਾਈ ਫਾਈ ਡਾਕਟਰਾਂ ਕੋਲ ਗਿਆ ਆ, ਉਹ ਜੇ ਵਿਦੇਸ਼ ਤੋਂ ਕੋਰਸ ਕਰਕੇ ਉਹਨਾਂ ਕੋਲ ਗਿਆ,
ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਮੈਂ ਉਹਨਾਂ ਕੋਲ ਗਿਆ, ਉਹਨਾਂ ਦੇ ਕੋਲ ਮੇਰੀ ਅੱਖਾਂ ਨਹੀਂ ਖੁੱਲ ਸਕੀਆਂ। ਇਹ ਪਤਾ ਨਹੀਂ ਕੀ ਲਾਤਾ ਆ ਮੇਰੀ ਅੱਖਾਂ ਤੇ, ਪਤਾ ਨਹੀਂ ਕੀ ਗਿੱਲਾ ਗਿੱਲਾ ਜਿਹਾ ਲਾ ਦਿੱਤਾ ਜਾਂ ਇਹਦਾ ਮੈਂ ਕਿੱਦਾਂ ਠੀਕ ਹੋ ਸਕਦਾ। ਸਾਡੀ ਕਿੰਤੂ ਪਰੰਤੂ ਸਾਡੇ ਦੀ ਨੁਕਸਾਨ ਦਾ ਕਾਰਨ ਬਣ ਜਾਂਦੀ ਆ। ਸਾਨੂੰ ਸਿਰਫ ਪਰਮੇਸ਼ਰ ਦੇ ਸ਼ਬਦ ਨੂੰ ਮੰਨਣ ਦੀ ਲੋੜ ਆ। ਪਰਮੇਸ਼ਰ ਦਾ ਸ਼ਬਦ ਸਾਡੀ ਭਲਾਈ ਕਰਦਾ ਆ। ਪਰਮੇਸ਼ਰ ਦੀ ਬਾਣੀ ਵਿੱਚ ਲਿਖਿਆ, ਉਹ ਆਪਣਾ ਸ਼ਬਦ ਘੱਲ ਕੇ ਚੰਗਿਆ ਕਰ। ਹਾਲੇਲੂਇਆ। ਪਰਮੇਸ਼ਰ ਆਪਣੇ ਸ਼ਬਦਾਂ ਦੇ ਦੁਆਰਾ ਸਾਨੂੰ ਚੰਗਿਆ ਕਰਦੇ ਆ। ਸਾਨੂੰ ਸਿਰਫ ਇੰਤਜ਼ਾਰ ਕਰਨ ਦੀ ਲੋੜ ਆ, ਕਿਸ ਦਿਨ ਮੇਰਾ ਪਰਮੇਸ਼ਰ ਮੇਰੇ ਲਈ ਸ਼ਬਦ ਬੋਲਦੇ ਆ। ਕਦੋਂ ਪਰਮੇਸ਼ਰ ਮੇਰੇ ਲਈ ਸ਼ਬਦ ਬੋਲਣਗੇ, ਮੈਂ ਸ਼ਬਦ ਨੂੰ ਰਿਸੀਵ ਕਰਨਾ ਆ। ਉਹ ਸ਼ਬਦ ਨੂੰ ਲੈ ਕੇ ਮੈਂ ਆਪਣੀ ਜ਼ਿੰਦਗੀ ਵਿੱਚ ਉਤਾਰਨਾ ਆ, ਫਿਰ ਮੈਂ ਅੱਗੇ ਵਧਣਾ ਆ। ਤਾਂ ਅਸੀਂ ਪਰਮੇਸ਼ਰ ਦੇ ਸ਼ਬਦ ਨੂੰ ਮੰਨਣਾ ਆ। ਇੱਕ ਬੰਦਾ ਹੋ ਰਿਹਾ ਜਿਸ ਦੇ ਉੱਤੇ ਸ਼ਬਦ ਲਗਾਇਆ ਗਿਆ। ਜਦੋਂ ਅਸੀਂ ਦੂਸਰਾ ਰਾਜਾ 5 ਬਾਬ ਔਰ ਉਸਦੇ ਇੱਕ ਵਚਨ ਤੋਂ ਲੈ ਕੇ ਜਦੋਂ ਪੜ੍ਹਨਾ ਸ਼ੁਰੂ ਕਰ ਦਿੰਦੇ ਆ, ਤਾਂ ਉਸ ਜਗ੍ਹਾ ਤੇ ਇੱਕ ਯੋਧੇ ਬੰਦੇ ਦੀ ਸਟੋਰੀ ਦੱਸੀ ਗਈ ਆ। ਬਹੁਤ ਯੋਧਾ ਬੰਦਾ ਆ ਔਰ ਫਤਿਹ ਪਾ ਕੇ ਆਉਂਦਾ ਜਿੱਧਰ ਜਾਂਦਾ ਆ। ਜਿੱਧਰ ਨੂੰ ਜਾਂਦਾ ਆ ਫਤਿਹ ਪਾ ਕੇ ਆਉਂਦਾ ਆ। ਸ਼ਾਇਦ ਮੈਂ ਔਰ ਤੁਸੀਂ ਵੀ ਫਤਿਹ ਪਾ ਕੇ ਆਉਂਦੇ ਹੋਵਾਂਗੇ। ਜਿੱਧਰ ਜਾਂਦੇ ਆ ਅਸੀਂ ਫਤਿਹ ਪਾ ਕੇ ਆਉਂਦੇ ਹੋਵਾਂਗੇ। ਜਿੱਧਰ ਜਾਂਦੇ ਆ ਕਦੀ ਵੀ ਨਿਸਫਲ ਨਹੀਂ ਆਈ, ਕਦੀ ਅਸਫਲ ਨਹੀਂ ਵਾਪਸ ਮੁੜੇ। ਪਰ ਜਿੱਧਰ ਨੂੰ ਗਏ ਆ ਵਧੀਆ ਗਏ ਆ, ਵਧੀਆ ਆਏ ਆ। ਪਰ ਹੋ ਸਕਦਾ ਸਾਡੀ ਜ਼ਿੰਦਗੀ ਵਿੱਚ ਕੋਈ ਪ੍ਰੋਬਲਮ ਇਸ ਬੰਦੇ ਦੀ ਤਰ੍ਹਾਂ ਚੱਲਦੀ ਹੋਵੇ। ਉਸ ਜਗ੍ਹਾ ਤੇ ਇੱਕ ਬੰਦੇ ਦਾ ਜ਼ਿਕਰ ਦੱਸਿਆ ਗਿਆ, ਉਹ ਹੈ ਕੋੜ ਦਾ ਮਾਰਿਆ ਹੋਇਆ। ਇਹ ਬੰਦਾ ਦੇਖਿਆ ਸੀ ਅੰਨਾ ਆ। ਅੱਜ ਅਸੀਂ ਦੋ ਅੱਖਾਂ ਹੁੰਦੇ ਹੋਏ ਵੀ ਆਤਮਿਕ ਤੌਰ ਤੇ ਅੰਨੇ ਆ। ਸਾਡੀਆਂ ਅੱਖਾਂ ਖੁੱਲੀਆਂ ਨੇ, ਦੇਖ ਰਹੇ ਆ, ਸੰਸਾਰ ਨੂੰ ਦੇਖ ਰਹੇ ਆ। ਤੁਹਾਨੂੰ ਪਤਾ ਹੈ ਕਿਹੜੀ ਅੱਖਾਂ ਖੁੱਲੀਆਂ ਗਈਆਂ ਨੇ? ਕੋਈ ਗੱਲਬਾਤ ਨਹੀਂ ਕਰੇਗਾ, ਕਿਰਪਾ ਕਰਕੇ ਮੇਰਾ ਧਿਆਨ ਭਟਕ ਜਾਂਦਾ ਆ। ਮੈਂ ਨਹੀਂ ਚਾਹੁੰਦਾ ਕਿ ਆਪਾਂ ਸਿਰਫ ਇੱਕ ਦੂਜੇ ਨੂੰ ਸੁਚੇਤ ਕਰਨ ਦੀ ਸਾਰੀ ਉਮਰ ਨਿਭਾਦੀ ਹੈ। ਮੈਂ ਚਾਹੁੰਦਾ ਕਿ ਅਸੀਂ ਪਰਮੇਸ਼ਰ ਦੇ ਕਲਾਮ ਦੇ ਦੁਆਰਾ ਕੁਝ ਬਰਕਤ ਪਾ ਲਈਏ। ਤਾਂ ਜੋ ਪਰਮੇਸ਼ਰ ਜੀ ਕਹਿੰਦੇ ਆ ਇਹਦੀ ਜ਼ਿੰਦਗੀ 'ਚ ਮੇਰੇ ਕੰਮ ਹੋਣ। ਪਰਮੇਸ਼ਰ ਸਾਡੀ ਜ਼ਿੰਦਗੀ 'ਚ ਕੰਮ ਕਰਨਾ ਚਾਹੁੰਦੇ ਆ। ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਹਰ ਇੱਕ ਦੀ ਜ਼ਿੰਦਗੀ 'ਚ ਕੰਮ ਕਰਨਾ ਚਾਹੁੰਦੇ ਆ। ਉਹਨੂੰ ਸਮਾਂ ਦੇਈਏ, ਉਹਦੇ ਸ਼ਬਦ ਨੂੰ ਮੰਨੀਏ। ਅਸੀਂ ਸੰਸਾਰ ਦੇ ਵਿੱਚ ਦੋ ਅੱਖਾਂ ਹੁੰਦੇ ਹੋਏ ਆਤਮਿਕ ਤੌਰ ਤੇ ਅੰਨੇ ਆ। ਜਦੋਂ ਆਦਮ ਔਰ ਹਵਾ ਨੇ ਪਾਪ ਕਰ ਲਿਆ ਸੀ, ਬਾਣੀ 'ਚ ਲਿਖਿਆ ਉਹਨਾਂ ਦੀਆਂ ਸਰੀਰਕ ਅੱਖਾਂ ਉਦੋਂ ਹੀ ਬੰਦ ਹੋ ਚੁੱਕੀਆਂ ਸੀ। ਆਤਮਿਕ ਖੁੱਲ ਚੁੱਕੀ, ਸਰੀਰਕ ਅੱਖਾਂ ਖੁੱਲ ਗਈਆਂ ਸੀ ਤੇ ਆਤਮਿਕ ਬੰਦ ਹੋ ਗਈਆਂ ਸੀ। ਅੱਜ ਸਾਡੀਆਂ ਸਰੀਰਕ ਅੱਖਾਂ ਤਾਂ ਖੁੱਲੀਆਂ ਨੇ, ਪਰ ਆਤਮਿਕ ਅੱਖਾਂ ਸਾਡੀਆਂ ਬੰਦ ਨੇ। ਸਾਨੂੰ ਆਤਮਿਕ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਕਈ ਵਾਰ ਅਸੀਂ ਕਲਾਮ ਨੂੰ ਪੜ੍ਹਦੇ ਹਾਂ, ਸਾਡੀ ਸਮਝ ਨਹੀਂ ਆਉਂਦਾ, ਸਾਨੂੰ ਸਮਝ ਨਹੀਂ ਆਉਂਦਾ। ਕਈ ਵਾਰ ਅਸੀਂ ਚੰਗੀਆਂ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਨੂੰ ਪਚਦੀਆਂ ਹੀ ਨਹੀਂ। ਪੰਜਾਬੀ ਦੀ ਭਾਸ਼ਾ 'ਚ ਸਾਨੂੰ ਪਚਦੀਆਂ ਹੀ ਨਹੀਂ। ਕਿਉਂ? ਕਿਉਂਕਿ ਅਸੀਂ ਅਜੇ ਤੱਕ ਆਤਮਾ ਦੇ ਵਿੱਚ ਅੰਨੇ ਬੁੱਝੇ ਤੇ ਬੋਲੇ ਆ। ਨਾ ਅਸੀਂ ਆਤਮਾ ਨੂੰ ਦੇਖ ਸਕਦੇ, ਨਾ ਬੋਲ ਸਕਦੇ, ਤੇ ਨਾ ਅਸੀਂ ਸੁਣ ਸਕਦੇ ਹਾਂ। ਪਰ ਜਦੋਂ ਪਰਮੇਸ਼ਰ ਦੇ ਸ਼ਬਦ ਨੂੰ ਮੰਨਾਂਗੇ ਤਾਂ ਸਾਰਾ ਕੁਝ ਸਮਝ ਆਏਗਾ। ਤਾਂ ਸਰੀਰਕ ਤੌਰ ਤੇ ਅਸੀਂ ਸੰਜਾਕੇ ਹੁੰਦੇ ਹੋਏ ਵੀ ਪਰਮੇਸ਼ਰ ਦੀ ਪ੍ਰਸ਼ੰਸਾ ਨਹੀਂ ਕਰਦੇ। ਪਰ ਪਰਮੇਸ਼ਰ ਦਾ ਸ਼ਬਦ ਕਹਿੰਦਾ ਆ, ਮੈਂ ਇਸ ਕਰਕੇ ਇਹਦੇ ਤੇ ਹੁਣ ਕਿਰਪਾ ਕਰਨ ਲੱਗਾ ਆ ਭਾਈ ਇਹਦੇ ਵਿੱਚ ਮੇਰੇ ਕੰਮ ਪ੍ਰਗਟ ਹੋਣ। ਅਗਰ ਪਰਮੇਸ਼ਰ ਸਾਡੀ ਜ਼ਿੰਦਗੀ 'ਚ ਕੰਮ ਕਰਦੇ ਆ ਤਾਂ ਸਾਨੂੰ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇਣ ਦੀ ਲੋੜ ਆ। ਇਹ ਨਹੀਂ ਕਿ ਆਪਾਂ ਠੀਕ ਹੋ ਗਏ, ਚਲੋ ਠੀਕ ਆ, ਯਿਸੂ ਮਸੀਹ ਜੀ ਨੂੰ ਬਾਏ ਕਰ ਦਈਏ, ਠੀਕ ਆ ਪ੍ਰਭੂ ਜੀ ਹੁਣ ਠੀਕ ਠਾਕ ਆ। ਉਹ ਕਹਿੰਦੇ ਕੋਈ ਦਾਸ ਸੀ ਨਾ, ਉਹ ਰੱਬ ਦਾ ਬੰਦਾ ਸੀਗਾ, ਮੇਟਰ ਕਰਨ ਵਾਸਤੇ ਜਾਂਦਾ ਹੁੰਦਾ ਸੀਗਾ। ਇੱਕ ਭੈਣ ਉਹਦੀ ਚਰਚ ਦੀ ਸੀਗੀ, ਕਾਫੀ ਸਮੇਂ ਤੋਂ ਚਰਚ ਵਿੱਚ ਨਹੀਂ ਆਈ। ਉਹਨੇ ਵੀ ਇੱਕ ਦਿਨ ਸੋਚਿਆ ਯਾਰ ਇੱਕ ਭੈਣ ਹੁੰਦੀ ਹੁੰਦੀ ਸੀ ਵਿਚਾਰੀ, ਪਤਾ ਕਰਨਾ ਚਾਹੀਦਾ ਠੀਕ ਠਾਕ ਵੀ ਹੈ ਕਿ ਨਹੀਂ। ਹੁਣ ਤੇ ਫੋਨ ਨੇ 2 ਮਿੰਟ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਗੱਲਾਂ ਕਰ ਸਕਦੇ ਹੋ। ਉਹ ਵਿਚਾਰਾ ਕਿਤੇ ਸਮਾਂ ਕੱਢ ਕੇ ਗਿਆ, ਪਿੰਡ ਵਿੱਚ ਜਾਂਦੇ ਭੈਣ ਮਿਲ ਗਈ, ਕਹਿੰਦੀ ਭਾਈ ਜੀ ਜੈਮ ਸਿੰਘ ਜੀ, ਕਹਿੰਦਾ ਜੈਮ ਸਿੰਘ ਭਾਈ ਜੀ ਤੁਸੀਂ ਹੁਣ ਚਰਚ ਨਹੀਂ ਆਉਂਦੇ? ਕਹਿੰਦੀ ਮੈਂ ਹੁਣ ਠੀਕ ਠਾਕ ਆ। ਹਾਲੇਲੂਇਆ। ਹੁਣ ਮੈਂ ਕੀ ਆ? ਠੀਕ ਠਾਕ ਆ। ਤੇ ਕਹਿੰਦਾ ਇਹਦਾ ਮਤਲਬ ਜਦੋਂ ਤੂੰ ਬਿਮਾਰ ਹੋਏਗੀ ਉਦੋਂ ਨਹੀਂ ਆਉਣਾ। ਕਈ ਵਾਰੀ ਆਪਾਂ ਸੋਚਦੇ ਆ ਰੱਬ ਦਾ ਘਰ ਇੱਕ ਹਸਪੀਟਲ ਆ, ਇਹਦੀ ਸ਼ਾਇਦ ਬਿਮਾਰੀ ਆਉਂਦੇ ਆ। ਯਿਸੂ ਮਸੀਹ ਨੇ ਤੇ ਸ਼ਾਇਦ ਇੱਥੇ ਇਸ ਤਰ੍ਹਾਂ ਹੀ ਆਖਿਆ ਦਾ ਭਾਈ ਵੈਦ ਦੀ ਲੋੜ ਕਿੰਨਾਂ ਨੂੰ ਹੁੰਦੀ ਆ ਤੇ ਡਾਕਟਰਾਂ ਦੀ ਲੋੜ ਕਿੰਨਾਂ ਨੂੰ ਹੁੰਦੀ ਆ। ਤੰਦਰੁਸਤਾਂ ਨੂੰ ਨਹੀਂ ਹੁੰਦੀ, ਦੁਖੀ ਬਿਮਾਰਾਂ ਨੂੰ ਹੁੰਦੀ ਆ। ਆਉਂਦੇ ਸਾਰੇ ਦੁਖੀ ਬਿਮਾਰੀ ਆ, ਪਰ ਚੰਗੇ ਹੋਣ ਤੋਂ ਬਾਅਦ ਪਰਮੇਸ਼ਰ ਜੀ ਕਹਿ ਰਹੇ ਆ ਇਹ ਇਸ ਕਰਕੇ ਦੁਖੀ ਹੋਇਆ, ਇਸ ਕਰਕੇ ਅੰਨਾ ਹੋਇਆ, ਇਸ ਕਰਕੇ ਇੰਨੇ ਸਮੇਂ ਤੋਂ ਧਰਤੀ ਨੂੰ ਨਹੀਂ ਦੇਖਿਆ, ਇਸ ਕਰਕੇ ਇੰਨੇ ਸਮੇਂ ਤੋਂ ਆਪਣੇ ਪਿਓ ਨੂੰ ਨਹੀਂ ਦੇਖਿਆ। ਸ਼ਾਇਦ ਆਪਣੇ ਪਿਓ ਨੂੰ ਫੜ ਕੇ ਟੋਕੇ ਵੇਂਦਾ ਹੈਗਾ ਕਿੱਡਾ ਕੁ ਲੰਮਾ ਆ,
ਮਾਂ ਨੂੰ ਫੜ ਫੜ ਵੇਂਦਾ ਹੋਗਾ, ਮਾਂ ਮੇਰੀ ਕਿੱਡੀ ਗਿਆ, ਭਰਾ ਨੂੰ ਫੜ ਕੇ ਵੇਂਦਾ ਹੋਗਾ, ਭੈਣ ਨੂੰ ਫੜ ਫੜ ਵੇਂਦਾ ਹੋਏਗਾ, ਇਹ ਕਿੱਡਾ ਕਾਜ ਕਿੱਡੀ ਗਿਆ, ਕਦੀ ਦੇਖਿਆ ਨਹੀਂ ਹੋਏਗਾ। ਪਰ ਪਰਮੇਸ਼ਰ ਦਾ ਕਲਾਮ ਦੱਸਦਾ ਆ ਇਹ ਸਾਰਾ ਕੁਝ ਤੇਰੀ ਜ਼ਿੰਦਗੀ 'ਚ ਇਸ ਕਰਕੇ ਆਇਆ। ਹੁਣ ਅੱਗੇ ਤੋਂ ਤੂੰ ਮੇਰੇ ਕੰਮਾਂ ਨੂੰ ਕਰੇਗਾ, ਅੱਗੇ ਤੋਂ ਹੁਣ ਮੈਂ ਤੇਰੀਆਂ ਅੱਖਾਂ ਨੂੰ ਖੋਲਾਂਗਾ, ਤੂੰ ਹੁਣ ਕੰਮ ਕਰੇਗਾ ਔਰ ਲੋਕ ਦੇਖ ਕੇ ਹੈਰਾਨ ਹੋਣਗੇ। ਲੋਕ ਦੇਖ ਕੇ ਹੈਰਾਨ ਹੋਏ, ਕਹਿੰਦੇ ਉਹੀ ਲੱਗਦਾ, ਕੋਈ ਕਹਿੰਦੇ ਹੋਰ ਲੱਗਦਾ, ਕਹਿੰਦਾ ਮੈਂ ਉਹੀ ਆ, ਮੇਰੇ ਪਰਮੇਸ਼ਰ ਨੇ ਮੈਨੂੰ ਚੰਗਾ ਕਰ ਦਿੱਤਾ ਆ। ਤੋ ਅੱਜ ਅਸੀਂ ਅੱਖਾਂ ਹੁੰਦੇ ਹੋਏ ਵੀ ਅੰਨ੍ਹਿਆਂ ਦੀ ਤਰ੍ਹਾਂ ਫਿਰਦੇ ਰਹਿੰਦੇ ਆ। ਸਾਨੂੰ ਪਰਮੇਸ਼ਰ ਦੇ ਸ਼ਬਦ ਨੂੰ ਮੰਨਣ ਦੀ ਲੋੜ ਆ। ਪਰਮੇਸ਼ਰ ਦਾ ਸ਼ਬਦ ਸਾਡੀਆਂ ਅੱਖਾਂ ਨੂੰ ਖੋਲੇਗਾ। ਤੋ ਅੱਜ ਅਸੀਂ ਨਿਰਮਾਣ ਕੋੜੀ ਦੇ ਵਿੱਚ ਬਾਰੇ ਵਿੱਚ ਪੜ੍ਹਦੇ ਆ, ਦੂਸਰਾ ਰਾਜਾ 5 ਬਾਬ ਦੇ ਵਿੱਚ। ਤਾਂ ਉੱਥੇ ਇੱਕ ਬੰਦੇ ਦੇ ਬਾਰੇ ਦੱਸਿਆ ਗਿਆ, ਇੱਕ ਸੈਨਾਪਤੀ ਆ, ਉਹ ਪਲਟਨ ਉਹਦੇ ਅੰਡਰ ਦੇ ਵਿੱਚ ਆਉਂਦੀ ਆ, ਉਹ ਸਾਰੀ ਫੌਜ ਨੂੰ ਆਪਣੀ ਕਮਾਨ ਵਿੱਚ ਰੱਖਦਾ ਆ। ਜਦੋਂ ਉਹਨੂੰ ਇਸ਼ਾਰਾ ਕਰਦਾ ਤਾਂ ਲੜਾਈ ਦਾ ਜੰਗ ਦਾ ਐਲਾਨ ਹੁੰਦਾ ਆ, ਔਰ ਜਦੋਂ ਇਸ਼ਾਰਾ ਕਰਦਾ ਤੇ ਸਾਰਾ ਕੁਝ ਥੰਮ ਜਾਂਦਾ ਆ। ਐਡੀ ਵੱਡੀ ਪਾਵਰ ਆ, ਉਹ ਵਿਰੋਧੀ ਦੇਸ਼ ਤੇ ਜਾ ਕੇ ਫਤਿਹ ਪਾਉਂਦਾ ਆ। ਛੋਟੀ ਕੁੜੀ ਨੂੰ ਉੱਥੋਂ ਜਾ ਕੇ ਲੈ ਕੇ ਆਉਂਦੇ ਆ। ਹਾਲੇਲੂਇਆ। ਛੋਟੀ ਜਿਹੀ ਕੁੜੀ ਨੂੰ, ਨਿੱਕੀ ਜਿਹੀ ਕੁੜੀ ਨੂੰ ਉੱਥੋਂ ਫੜ ਕੇ ਲੈ ਆਉਂਦੇ ਆ। ਜਦੋਂ ਅਸੀਂ ਇਹਦੀ 8 ਦੇ ਵਿੱਚ ਪੜ੍ਹਦੇ ਆ, ਸ਼ੁਰੂ ਤੋਂ ਪੜ੍ਹ ਦੋ ਤੋਂ ਬੜੇ ਥੋੜਾ ਪਤਾ ਲੱਗੇ। ਅਰਾਮੀ ਜਿੱਥੇ ਬਣ ਕੇ ਨਿਕਲੇ, ਅਰਾਮੀ ਜਥੇ ਬਣ ਕੇ ਨਿਕਲੇ ਤੇ ਇਸਰਾਏਲੀ ਦੇ ਦੇਸ਼ ਵਿੱਚੋਂ ਇੱਕ ਔਰ ਇਸਰਾਇਲ ਉੱਤੇ ਜਾ ਕੇ ਚੜਾਈ ਕਰ ਦਿੱਤੀ। ਉੱਥੋਂ ਇੱਕ ਨਿੱਕੀ ਕੁੜੀ ਨੂੰ ਲੈ ਕੇ ਆ ਕੇ ਫੜ ਕੇ ਲੈ ਆਉਂਦੀ, ਗੁਲਾਮ ਕਰਕੇ ਲੈ ਜਾਂਦਾ। ਤਾਂ ਜਿਹੜੀ ਕੁੜੀ ਜਾਂਦੀ ਗਈ, ਉਹ ਨਮਾਜ਼ ਕੋੜੀ ਦੀ ਔਰਤ ਦੀ ਗੋਦੀ ਬਣਾਈ ਗਈ, ਉਹਦੇ ਘਰ ਦੇ ਕੰਮ ਦੇ ਵਿੱਚ ਉਹਦਾ ਹੱਥ ਵਟਾਉਣ ਵਾਸਤੇ ਰੱਖੀ ਗਈ। ਪਹਿਲਾਂ ਵਿਵਾਹ ਤੋਂ ਅੱਜ ਤੋਂ ਬਾਅਦ ਸੈਨਾਪਤੀ ਨਮਾਜ਼ ਦੇ ਘਰ ਵਿੱਚ ਰਹੇਗੀ, ਉਹਦੀ ਔਰਤ ਦੇ ਨਾਲ ਕੰਮ ਕਾਰ ਦੇ ਵਿੱਚ ਉਹਦੀ ਮਦਦ ਕਰੇਗੀ, ਹੈਲਪ ਕਰੇਗੀ। ਕਹਿੰਦੀ ਜੀ 7 ਬਚਨ ਗੁਲਾਮ ਹੋ ਚੁੱਕੀ ਸੀ। ਹਾਲੇਲੂਇਆ। ਕਹਿੰਦੀ 7 ਬਚਨ ਦੂਸਰੇ ਦੇਸ਼ ਵਿੱਚ ਚਲੀ ਗਈ ਆ, ਆਰਾਮ ਦੇ ਦੇਸ਼ ਵਿੱਚ ਚਲੀ ਗਈ ਆ, ਗੁਲਾਮੀ ਦੇ ਘਰ ਵਿੱਚ ਚਲੀ ਗਈ ਆ। ਪਰ ਉੱਥੇ ਜਾ ਕੇ ਪਰਮੇਸ਼ਰ ਦੇ ਕੰਮ ਨੂੰ ਬੰਦ ਨਹੀਂ ਕੀਤਾ। ਉੱਥੇ ਕੀ ਕਰਦੀ ਆ? ਇੱਕ ਦਿਨ ਆਪਣੇ ਮਾਲਕਾਂ ਨੂੰ ਕਹਿੰਦੀ, ਜੇ ਕਿਤੇ ਮੇਰਾ ਸਵਾਮੀ ਤੇ ਤੁਹਾਡਾ ਪਤੀ ਕਿੱਥੇ ਹੁੰਦਾ ਜੀ? ਇਸਰਾਇਲ ਦੇ ਵਿੱਚ ਹੁੰਦਾ ਤੇ ਅੱਜ ਦਾ ਕਿਦੋਂ ਨੂੰ ਚੰਗਾ ਹੋ, ਕਿਦੋਂ ਦਾ ਚੰਗਾ ਹੋ ਜਾਣਾ ਸੀ। ਪਰਮੇਸ਼ਰ ਦੇ ਪਿਆਰਿਓ, ਉਹ ਗੁਲਾਮੀ 'ਚ ਕਿਉਂ ਗਈ? ਇੱਕ ਬੰਦਾ ਅੰਨੇ ਤੋਂ ਸੁਜਾਗਾ ਕੀਤਾ ਗਿਆ, ਦੂਸਰਾ ਗੁਲਾਮੀ ਵਿੱਚ ਗਿਆ ਪਰਮੇਸ਼ਰ ਦੀ ਮਹਿਮਾ ਦੇ ਲਈ। ਪਰਮੇਸ਼ਰ ਆਪਣੀ ਮਹਿਮਾ ਦੇ ਲਈ ਸਾਨੂੰ ਕਿਤੇ ਵੀ ਇਸਤੇਮਾਲ ਕਰ। ਪਰਮੇਸ਼ਰ ਆਪਣੀ ਮਹਿਮਾ ਦੇ ਲਈ ਸਾਨੂੰ ਗਰੀਬੀ ਰੇਖਾ 'ਚ ਵੀ ਆ ਸਕਦੇ ਆ। ਪਰਮੇਸ਼ਰ ਆਪਣੀ ਮਹਿਮਾ ਦੇ ਲਈ ਸਾਨੂੰ ਉੱਚੀਆਂ ਵੀ ਕਰ ਸਕਦੇ ਆ। ਪਰ ਸਾਨੂੰ ਪਰਮੇਸ਼ਰ ਦੇ ਸ਼ਬਦ ਨੂੰ ਮੰਨਣ ਦੀ ਲੋੜ ਆ। ਪਰਮੇਸ਼ਰ ਦੇ ਸ਼ਬਦ ਦੇ ਦੁਆਰਾ ਹੀ ਅਸੀਂ ਬਰਕਤ ਲੈ ਸਕਦੇ ਆ। ਇਹ ਪਰਮੇਸ਼ਰ ਦੀ ਮਹਿਮਾ ਦੂਸਰੇ ਦੇਸ਼ ਵਿੱਚ ਜਾ ਕਰ ਰਹੀ ਆ। ਇੱਕ ਸੈਨਾਪਤੀ ਦੇ ਘਰ ਦੇ ਵਿੱਚ ਉਸ ਜਗ੍ਹਾ ਤੇ ਜਾ ਕੇ ਪਰਮੇਸ਼ਰ ਦੀ ਮਹਿਮਾ ਕਰ ਰਹੀ ਆ, ਜਿੱਥੇ ਦਾ ਕੋਈ ਵੀ ਨਹੀਂ ਹੈਗਾ। ਆਪਣੀ ਮਾਲਕਣ ਨੂੰ ਕਹਿ ਰਹੀ ਆ, 8 ਵਿੱਚ ਪੜੀ ਜਦੋਂ 5 ਨੂੰ। ਤਾਂ ਇਹ ਹੋਇਆ, ਸਾਡੇ ਪਰਮੇਸ਼ਰ ਦੇ ਚਾਨਣ ਅਲੀਸਾ ਨੇ ਸੁਣਿਆ। ਅੱਗੇ ਨਾ ਗਿਆ ਪਿਛੋ ਪੜੀ। ਅਰਾਮੀ ਜਥੇ ਬਣ ਕੇ ਨਿਕਲੇ ਤੇ ਇਸਰਾਏਲ ਦੇ ਦੇਸ਼ ਵਿੱਚੋਂ ਇੱਕ ਨਿੱਕੀ ਕੁੜੀ ਨੂੰ ਫੜ ਕੇ ਨਾਲ ਲੈ ਆਏ ਸਨ, ਜੋ ਨਮਾਨ ਦੀ ਇਸਤਰੀ ਦੀ ਗੋਲੀ ਬਣ ਗਈ। ਉਸਨੇ ਆਪਣੀ ਬੀਬੀ ਨੂੰ ਆਖਿਆ, ਜੇ ਕਿਤੇ ਮੇਰਾ ਸਵਾਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰੀਆ ਵਿੱਚ ਹੈ, ਤਾਂ ਉਸ ਨੂੰ ਉਹਦੇ ਕੋਲ ਤੋਂ ਛੱਡਿਆ ਕਰ ਦਿੰਦਾ। ਹਾਲੇਲੂਇਆ। ਹਾਲੇਲੂਇਆ। ਆਪਣਾ ਕੋਲ ਹਾਲੇਲੂਇਆ। ਗੁਲਾਮੀ ਦੇ ਘਰ ਵਿੱਚ ਆ, ਕਿੰਨੀ ਵੱਡੀ ਉਹਨੇ ਆਪਣੀ ਇੱਕ ਹਸਤੀ ਦਿਖਾਈ ਆ। ਜਿਨ੍ਹਾਂ ਨੇ ਗੁਲਾਮ ਕੀਤਾ ਉਹਦੇ ਪ੍ਰਤੀ ਉਹ ਸੋਚ ਰਹੀ ਆ। ਆਪਣੀ ਮਾਲਕਣ ਨੂੰ ਕਹਿੰਦੀ, ਜੇ ਮੇਰਾ ਮਾਲਕ ਤੁਹਾਡਾ ਪਤੀ ਉੱਥੇ ਹੁੰਦਾ ਨਾ, ਉਹ ਜਿੱਥੇ ਸਾਡੇ ਪਰਮੇਸ਼ਰ ਦੇ ਜਨਮ ਜੀ ਨੇ ਭਜਾਈ ਮੰਗੀ, ਕਹਿੰਦੀ ਜੇ ਮੇਰਾ ਸਵਾਮੀ ਸਾਮਰੀਆ ਵਿੱਚ ਹੁੰਦਾ, ਅੱਜ ਨੂੰ ਕਿੱਧਰ ਦਾ ਚੰਗਾ ਹੋ ਜਾਣਾ ਸੀਗਾ। ਗੱਲ ਚੱਲਦੀ ਚੱਲਦੀ ਅੰਦਰ ਚਲੀ ਗਈ ਰਾਜੇ ਦੇ ਕੋਲ। ਰਾਜੇ ਦੇ ਕੋਲ ਚਲੀ ਗਈ, ਸੈਨਾਪਤੀ ਨੂੰ ਪਤਾ ਲੱਗ ਗਿਆ। ਉਹਨੇ ਰਾਜੇ ਨੂੰ ਆਖਿਆ ਵੀ ਮੈਨੂੰ ਭੇਜ ਦਿਓ, ਮੈਂ ਬੜਾ ਦੁਖੀ ਆ, ਮੈਂ ਕੋਰਟ ਤੋਂ ਸੁੱਟ ਹੋਣਾ ਚਾਹੁੰਦਾ ਆ। ਰਾਜੇ ਨੇ ਚਿੱਠੀ ਲਿਖ ਦਿੱਤੀ तो चला गया। काफी पेंटा नाल लेके गया, काफी कुछ नाल लेके गया, खाली नहीं गया। सोना चांदी वस्त्र काफी कुछ नाल लेके गया। तो लास्ट में पहुंच गया।
चले गया इसराइल के पातशाह ने जाके चिट्ठी दिखाई उन्होंने क्या पई ਜਦੋਂ ਵੀ ਮੇਰਾ ਬੰਦਾ ਤੇਰੇ ਕੋਲ ਪਹੁੰਚਦਾ ਆ ਤੂੰ ਇਹਦੇ ਕੋੜ ਨੂੰ ਠੀਕ ਕਰ ਦੇ ਬਾਦਸ਼ਾਹ ਦੇ ਆਖਿਆ ਹੋਏ ਤੇਰਾ ਭਲਾ ਹੋ ਜੇ ਇਹ ਤੇ ਮੇਰੇ ਜਵਾਬ ਤੋਂ ਸਾਜ਼ਿਸ਼ ਰਚੀ ਜਾ ਰਹੀ ਆ ਇਹ ਬੰਦਾ ਚੰਗਾ ਹੋਣ ਵਾਸਤੇ ਥੋੜੀ ਆਇਆ ਇਹ ਤੇ ਸਾਡੀ ਕੋਈ ਨਾ ਕੋਈ ਕਮਜ਼ੋਰੀ ਲੱਭਣ ਵਾਸਤੇ ਆਇਆ ਆ ਇਹ ਤੇ ਸਾਡੇ ਦੇਸ਼ ਦਾ ਫੌਜਾ ਬਣ ਕੇ ਆਇਆ ਆ ਇਹ ਦੇਖਣ ਆਇਆ ਇਹਨਾਂ ਦੇ ਕਿੱਥੇ ਜਾ ਕੇ ਕੈਂਪ ਲੱਗੇ ਦੇ ਆ ਇਹਦਾ ਵੇਖਣ ਆਇਆ ਰਸਤੇ ਕਿੱਧਰ ਨੂੰ ਮਿਲਣਗੇ ਕਿੱਧਰ ਨੂੰ ਚੜਾਈ ਕਰ ਸਕਦੇ ਆ ਕਿੱਧਰ ਨੂੰ ਨਿਕਲਣ ਦਾ ਰਸਤਾ ਆ ਕਿੱਧਰ ਨੂੰ ਸ਼ਹਿਰ ਦੇ ਵਿੱਚ ਆਉਣ ਦਾ ਰਸਤਾ ਆ ਬਾਦਸ਼ਾਹ ਦੇ ਗੁੱਸੇ ਵਿੱਚ ਆਣ ਕੇ ਆਪਣੇ ਕੱਪੜੇ ਪਾੜ ਦਿੱਤੇ ਰੋਣ ਲੱਗ ਗਿਆ ਉਹ ਗੱਲ ਅਲੀਸਾ ਨਬੀ ਕੋਲ ਪਹੁੰਚ ਗਈ ਅਲੀਸਾ ਕਹਿੰਦਾ ਬਾਦਸ਼ਾਹ ਨੂੰ ਕਹੋ ਤੁਹਾਨੂੰ ਕੱਪੜੇ ਪਾਉਣ ਦੀ ਲੋੜ ਨਹੀਂ ਹੈ ਹਾਲੇਲੂਇਆ ਇਹ ਅਸੀਂ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਆ ਇਹ ਵੀ ਸਾਡੀ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਸਾਡੀ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਜਾਂਦੀ ਆ ਕਿ ਪਾਣੀ ਸਾਡੇ ਸਿਰ ਦੇ ਉੱਤੇ ਹੋ ਜਾਂਦਾ ਤਾਂ ਫਿਰ ਅਸੀਂ ਕੀ ਕਰਦੇ ਆ ਆਪਣੇ ਆਪ ਨੂੰ ਮਰ ਜਾਂਦੇ ਚੰਗਾ ਆ ਫਿਰ ਅਸੀਂ ਆਪਣੇ ਆਪ ਨੂੰ ਉਸਰਾ ਸ਼ੁਰੂ ਕਰ ਦਿੰਦੇ ਆ ਆਪਣੇ ਆਪ ਨੂੰ ਘਾਇਲ ਕਰਦੇ ਆ ਉਹ ਕਿਤੇ ਮਾਰ ਲਿਆ ਉਹ ਕਿਤੇ ਮਾਰ ਲਿਆ ਉਹ ਢਿੱਡ 'ਚ ਮਾਰ ਲਿਆ ਮੈਂ ਮਰ ਜਾਵਾਂ ਤੇ ਚੰਗਾ ਆ ਇਹ ਕਿਹੜੀ ਸਾਜ਼ਿਸ਼ ਰਚੀ ਗਈ ਆ ਇਹ ਕੀ ਹੋ ਗਿਆ ਆ ਸ਼ੈਤਾਨ ਨੇ ਮੇਰੇ ਬੱਚਿਆਂ ਤੇ ਅਟੈਕ ਕਰ ਲਿਆ ਆ ਸ਼ੈਤਾਨ ਨੇ ਮੇਰੇ ਬੰਦੇ ਤੇ ਅਟੈਕ ਕਰ ਲਿਆ ਆ ਸ਼ੈਤਾਨ ਨੇ ਮੇਰੀ ਔਰਤ ਤੇ ਅਟੈਕ ਕਰ ਦਿੱਤਾ ਆ ਇਹਦੇ ਮੇਰਾ ਹੁਣ ਤੇ ਜੀਣਾ ਹੀ ਬਸ बेकार आ मैं तो बस ਹੁਣ ਖਤਮ ਹੋ ਜਾਂਦੇ ਚੰਗਾ ਆ ਇਹ ਬਾਦਸ਼ਾਹ ਵੀ ਇਹੀ ਸੋਚ ਰਿਹਾ ਸੀਗਾ ਮੇਰਾ ਜੀਣਾ ਹੁਣ ਬੇਕਾਰ ਆ ਹੋ ਜਾ ਚੁੱਕਿਆ ਆ ਹੁਣ ਫਿਰ ਚੜਾਈ ਹੋਏਗੀ ਫਿਰ ਅਸੀਂ ਨਾ ਸੋਵਾਂਗੇ ਅਸੀਂ ਤੇ ਪਹਿਲੇ ਸ਼ਿਕਾਇਤ ਨਹੀਂ ਹੋਏ ਅਸੀਂ ਵੀ ਸੋਚ ਰਹੇ ਆ ਅਸੀਂ ਤੇ ਪਹਿਲੀ ਬਿਮਾਰੀ ਦੇ ਸਾਨੂੰ ਸਾਹ ਨਹੀਂ ਲੈਣ ਦਿੱਤਾ ਹਾਲੇਲੂਇਆ ਜਿਹਨੇ ਇੱਥੇ ਬੈਠੇ ਆ ਬੋਲੋ ਆਵਾਜ਼ ਨਹੀਂ ਆਉਂਦੀ ਬੋਲੋ ਹਾਲੇਲੂਇਆ ਅਸੀਂ ਕਹਿੰਦੇ ਕਿ ਪਹਿਲੀ ਬਿਮਾਰੀ ਨੇ ਸਾਹ ਨਹੀਂ ਲੈਣ ਦਿੱਤਾ दूसरी बीमारी आ गई है पहला दूसरा भी सी जीवन का हम तू मगरे खड़ा हो गए हैं उदाहरण दे रहे हैं दोनों चंगे आ मेरा कोई आ गया हालेलुया क्यों भी कह लिया पहले मैंने हम तक रोने नहीं साल है दूसरा हम तू रल गया नाल मां रो रही है मैंने पहले ਵੱਡੀ नहीं टिकट दी हम तू मैंने धोखे देने लग गई है इसे तरह पाशा रो रहा सीगा कपड़े पाड़ के रोना शुरू कर दिया ਜਦੋਂ ਪਰਮੇਸ਼ਰ ਦੇ ਬੰਦੇ ਨੂੰ ਪਤਾ ਲੱਗਿਆ ਉਹ ਕਹਿੰਦਾ ਤੈਨੂੰ ਰੋਣ ਦੀ ਲੋੜ ਨਹੀਂ ਹੈਗੀ ਇਹਨੂੰ ਮੇਰੇ ਕੋਲ ਗੱਲ ਆਉਂਦੇ ਮੇਰੇ ਕੋਲ ਇਸ ਨੂੰ ਪਤਾ ਲੱਗੇ ਭਾਈ ਸਮਝਿਆ ਦੇ ਵਿੱਚ ਇੱਕ ਪਰਮੇਸ਼ਰ ਦਾ ਜਨ ਵੀ ਹੈਗਾ ਆ ਹਾਲੇਲੂਇਆ ਕੁਲਮਾਨ ਕੋੜੀ ਨੂੰ ਦੱਸਿਆ ਗਿਆ ਭਾਈ ਤੁਸੀਂ ਏਦਾਂ ਕਰੋ ਇੱਥੋਂ ਨਿਕਲੋ ਬਾਦਸ਼ਾਹ ਦੇ ਹਜ਼ੂਰੀ ਵਿੱਚੋਂ ਨਿਕਲੋ ਇਹਦੇ ਮਹਿਲ ਵਿੱਚੋਂ ਬਾਹਰ ਜਾਓ ਤੁਹਾਨੂੰ ਸਮਝਿਆ ਵਿੱਚ ਜਾਣ ਦੀ ਲੋੜ ਆ ਉੱਥੇ ਇੱਕ ਪਰਮੇਸ਼ਰ ਦਾ ਬੰਦਾ ਆ ਉੱਥੇ ਦੇ ਕੁਟੀਆਂ ਬਣਾਈ ਹੋਈ ਆ ਮਹਿਲ ਨਹੀਂ ਪਾਇਆ ਉਹਨੇ ਉਹ ਇੱਕ ਕੁਟੀਆਂ ਵਿੱਚ ਰਹਿੰਦਾ ਆ ਉੱਥੇ ਜਾਓ ਤੁਹਾਡਾ ਇਲਾਜ ਉੱਥੇ ਹੋਏਗਾ ਸਾਰੀ ਆਪਣੀ ਟੋਲੀ ਨੂੰ ਲੈ ਕੇ ਸਾਰਾ ਆਪਣਾ ਚੜਾਵਾ ਨਾਲ ਲੈ ਕੇ ਅਲੀਸਾ ਨਵੀਂ ਨਾਲ ਨੂੰ ਚੱਲ ਪਿਆ ਅਲੀਸਾ ਸੋਚ ਰਿਹਾ ਤਮਾਮ ਕੋਈ ਸੋਚ ਰਿਹਾ ਜਾਂਦਾ ਮੈਂ ਅਲੀਸਾ ਨਵੀਂ ਕੋਲ ਜਾਵਾਂਗਾ और वो मेरे को टुटिया बटिया में देखो चीज़ा लेके आ रही है उन्हें देने वास्ते ये सारियां देख के वो बड़ा ही खुश होएगा वो बहुत खुश होएगा कि एडा बड़ा इनाम मेरे वास्ते लेके आया हुआ जे मैंने चंगा कर देवांगा ये सारा कुछ मैंने देना जेड़े लेके आया देने वास्ते लेके आया हालेलुया पर अलीसा ने नहीं किया अलीसा ने रोटी बदल दिता अलीसा बाहर नहीं आया अलीसा मत्थे भी नहीं लग्या अपने कमाने ਨੂੰ ਭੇਜਿਆ ਆਪਣੇ ਬਾਲਕੇ ਨੂੰ ਭੇਜਿਆ ਜਾਂ ਭਾਈ ਗਵਾਨ ਨੂੰ ਕਹਿ ਜਰਦਨ ਵਿੱਚ ਜਾ ਕੇ 7 ਚੁੰਡੀਆਂ ਲਾ ਤੇ ਸੁੱਤ ਹੋ ਕੇ ਵਾਪਸ ਚਲੇ ਜਾ ਸਮਝ ਲੱਗ ਗਿਆ ਨਮਾਨ ਕੋਲ ਉੱਥੇ ਰੋਕਿਆ ਚੰਬਰ ਗਿਆ ਕਹਿੰਦਾ ਚੰਗੇ ਬੰਦੇ ਇਸ ਦੇਸ਼ ਦੇ ਬਾਦਸ਼ਾਹ ਕੋਲ ਗਏ ਤੇ ਰੋਣਾ ਸ਼ੁਰੂ ਹੋ ਗਿਆ ਨਬੀ ਕੋਲ ਗਏ ਤੇ ਮੱਥੇ ਨਹੀਂ ਲੱਗਿਆ ਆਪਣੇ ਬਾਲਕੇ ਨੂੰ ਪਹਿਲੇ ਅੱਗੇ ਭੇਜ ਦਿੱਤਾ ਆ ਇਹ ਕਿਦਾਂ ਦੇ ਲੋਕ ਨੇ चलो वापस चलिए जब मैं आगे चंगा होना सी मेरे देश में नदियां घट सीगियां उत्थे कितनी वधिया नदियां ने असं भी कई बार सोचते हैं परमेश्वर का शब्द लग जाता दुआ करो यीशु मसीह ने क्या सी उठो जागो प्रार्थना करो पछतावे विच ना पै जाओ चेले कह सकते सी प्रभु जी रोज प्रार्थना करते हैं अज बड़े निंदे हैं 100 देते हो जरा कर चेले ने क्या प्रभु यीशु मसीह फिर वापस आए समझ लग चुका सी उठो प्रार्थना करो पछतावे च ना पै जाओ यीशु मसीह फिर चले गए चेले फिर सो गए फिर वापस आए मुड़के कहते हुए सोते रहो उस जमानत बंदे ने समझ लग गया जाके सिंगोन के कोट में धोके आ
ਉਹਨੇ ਕਿੰਤੂ ਪਰੰਤੂ ਨਹੀਂ ਕੀਤਾ। ਮੈਂ ਤਾਂ ਸਵੇਰੇ ਨਹਾ ਕੇ ਆਇਆ, ਤੁਸੀਂ ਧੋਣ ਦੀ ਗੱਲ ਕਰਦੇ ਆ। ਇਸ ਨਮਾਨ ਕੋੜੀ ਨੂੰ ਸਬਦ ਲੱਗ ਗਿਆ, ਚੱਲ ਭਾਈ ਜਰਦਨ ਦੇ ਵਿੱਚ ਚਲੇ ਜਾ, ਕ੍ਰੋਧਿਤ ਹੋ ਗਿਆ। 7 ਐਤ ਦੇ ਵਿੱਚ ਲਿਖਿਆ ਗਿਆ, 7 ਐਤ ਨੂੰ ਪੜ੍ਹੀਏ। ਇਉਂ ਹੋਇਆ ਜਦ ਇਸਰਾਇਲ ਦੇ ਬਾਦਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਹਨੇ ਆਪਣੇ ਬਸਤਰ ਪਾੜ ਕੇ ਆਖਿਆ ਕਿ ਮੈਂ ਪਰਮੇਸ਼ਵਰ ਹਾਂ, ਭਈ ਮਾਰਾ ਤੇ ਜਵਾਵਾਂ। 11 ਚੱਲੀ। ਪਰ ਨਮਾਨ ਕ੍ਰੋਧੀ ਹੋ ਕੇ ਚਲਿਆ ਗਿਆ। ਉਹ ਨਮਾਨ ਗੁੱਸੇ ਵਿੱਚ ਆਇਆ ਜੀ। ਦੇਖੀਏ ਇਸ ਜਗ੍ਹਾ ਤੇ ਇੱਕ ਹੋਰ ਗੱਲ ਦਾ ਪਤਾ ਲੱਗਦਾ ਆ। ਨਮਾਨ ਨੂੰ ਆਪਣਾ ਜੋ ਵੀ ਭੇਟ ਲੈ ਕੇ ਆਇਆ ਸੀ ਉਹਦੇ ਤੇ ਮਾਨ ਸੀ, ਘਮੰਡ ਸੀਗਾ, ਤਾਂ ਹੀ ਕ੍ਰੋਧਿਤ ਹੋ ਗਿਆ, ਤਾਂ ਹੀ ਉਹ ਕ੍ਰੋਧ ਵਿੱਚ ਆ ਗਿਆ। ਉਹ ਕ੍ਰੋਧੀ ਹੋ ਕੇ ਵਾਪਸ ਤੁਰ ਪਿਆ। ਚਲੋ ਵਾਪਸ ਚਲੀਏ, ਸਾਨੂੰ ਇਹਦੀ ਗੱਲ ਮੰਨਣ ਦੀ ਲੋੜ ਨਹੀਂ। ਅੱਜ ਅਸੀਂ ਕਈ ਵਾਰੀ ਸ਼ਬਦ ਨੂੰ ਮੰਨਦੇ ਨਹੀਂ, ਪਰਮੇਸ਼ਰ ਦੇ ਸ਼ਬਦਾਂ ਨੂੰ ਮੰਨਦੇ ਨਹੀਂ, ਕਹਿੰਦੇ ਚਲੋ ਕੋਈ ਗੱਲ ਨਹੀਂ, ਕੀ ਫਾਇਦਾ ਆ, ਰੋਜ਼ ਸੁਣਦੇ ਹੀ ਆ, ਰੋਜ਼ ਦੁਆਵਾਂ ਕਰਦੇ ਹੀ ਆ, ਨਹੀਂ ਯਾਦ ਰਹੇਗਾ ਤਾਂ ਕਿਹੜੀ ਆਖਰ ਆ। ਹਾਲੇਲੂਇਆ। ਜਿਹਨੂੰ ਜਰਦਨ ਵਿੱਚ ਭੇਜਿਆ ਸੀ ਤੇ ਜਰਦਨ ਨੂੰ ਛੱਡ ਕੇ ਕਿਸੇ ਟੋਬੇ ਵਿੱਚ ਛੱਪੜ ਵਿੱਚ ਚਲੇ ਜਾਂਦਾ, ਕਿਸੇ ਸੂਏ ਵੱਲ ਡੋਗੇ ਲਾ ਕੇ ਚਲੇ ਜਾਂਦਾ, ਲਾਗੇ ਤੇ ਚਲੋ ਚੁੱਭੀਆਂ ਲਾਉਣੀਆਂ ਨੇ ਉਹਦੇ ਨੂੰ ਚਲੇ ਜਾਂਦੇ ਆ। ਕੀ ਸੁੱਧ ਹੋ ਸਕਦਾ ਸੀ? ਨਹੀਂ ਸੀ ਹੋ ਸਕਦਾ। तो आज ਅਸੀਂ ਕਿਉਂ ਕਿੰਤੂ ਪਰੰਤੂ ਕਰਦੇ ਆ? ਜਦੋਂ ਪ੍ਰਾਰਥਨਾ ਦਾ ਸਮਾਂ ਲੱਗ ਜਾਂਦਾ ਆ ਤੇ ਪ੍ਰਾਰਥਨਾ ਆ, ਜਿਹਨੇ ਚੰਗੇ ਹੋਣਾ ਨੈਟ ਤੇ ਚੱਲ ਜਾਵੋ, ਪ੍ਰਾਰਥਨਾ ਦਾ ਸਮਾਂ ਆ, ਕਹਿੰਦੇ ਦਿਨੇ ਪ੍ਰਾਰਥਨਾ ਕਰਦੇ ਆ, ਸੋਮੋ ਆਰਾਮ ਨਾਲ, ਸਵੇਰੇ ਐਤਵਾਰ ਨੂੰ ਬਦਲੀ ਚ ਜਾਣਾ ਹੀ ਆ। ਪਰਮੇਸ਼ਰ ਜੀ ਦਾ ਕੰਮ, ਪਰਮੇਸ਼ਰ ਦੀ ਮਰਜ਼ੀ ਆ, ਪਰਮੇਸ਼ਰ ਦਾ ਮਿਸ਼ਨ ਪਰਮੇਸ਼ਰ ਦੀ ਮਰਜ਼ੀ ਨਾਲ ਚੱਲਦੇ ਆ। ਬਾਣੀ ਚ ਲਿਖਿਆ ਤੁਹਾਡੀਆਂ ਸੋਚਾਂ ਹੋਰ ਤੇ ਮੇਰੀਆਂ ਸੋਚਾਂ ਹੋਰ ਨੇ। ਤੁਹਾਡੀ ਸੋਚ ਵਿੱਚ ਤੇ ਮੇਰੀ ਸੋਚ ਦੇ ਵਿੱਚ ਬੜਾ ਵੱਡਾ ਅੰਤਰ ਆ। ਜਿਹਦਾ ਦਿਨ ਤੇ ਰਾਤ ਜਾਂ ਧਰਤੀ ਤੇ ਅਸਮਾਨ ਆ, ਕੋਈ ਇਹਨਾਂ ਨੂੰ ਨਾਪ ਨਹੀਂ ਸਕਦਾ। ਇਹਨਾਂ ਸਾਡੀਆਂ ਸੋਚਾਂ ਦਾ ਤੇ ਪਰਮੇਸ਼ਰ ਦੀਆਂ ਸੋਚਾਂ ਦਾ ਬੜਾ ਅੰਤਰ ਆ। ਇਸ ਬੰਦੇ ਨੂੰ ਸ਼ਬਦ ਦਿੱਤਾ ਲੀਸਾ ਨੇ, ਚੱਲ ਭਾਈ ਤੂੰ ਜਰਦਨ ਵੱਲ ਨੂੰ ਜਾ। ਗੁੱਸੇ ਵਿੱਚ ਆ ਗਿਆ, ਕਹਿੰਦਾ ਚਲੋ ਚੱਲੀਏ ਵਾਪਸ। ਕਿਤੇ ਦੇ ਖੱਜਲ ਹੋਣੇ ਆ, ਚਲੋ ਵਾਪਸ ਚੱਲੀਏ। ਅਸੀਂ ਵੀ ਕਰਦਾ ਦੇ ਯਾਰ, ਕਿਤੇ ਦੇ ਖੱਜਲ ਹੋਣੇ ਆ, ਕਿਤੇ ਦੇ ਦੁਆਵਾਂ ਕਰ ਰਹੇ ਆ, ਕਿਤੇ ਦੇ ਬੰਦੀਆਂ ਅਟੈਂਡ ਕਰ ਰਹੇ ਆ, ਆਪਾਂ ਤਾਂ ਇੰਨਾ ਕੁ ਸੁਣਦੀ ਨਹੀਂ ਹੋਏ, ਆਪਣਾ ਤਾਂ ਇੰਨਾ ਕੁ ਮਸਲਾ ਨਹੀਂ ਹੱਲ ਹੋਇਆ, ਚਲੋ ਵਾਪਸ ਚੱਲੀਏ। ਨਾਲ ਦੇ ਜਿਹੜੇ ਨੌਕਰ ਸੀ ਪਰੇਸ਼ਾਨ ਹੋਏ, ਜਿਹੜੇ ਸਿਪਾਹੀ ਸੀ ਉਹ ਵੀ ਗੁੱਸੇ ਵਿੱਚ ਆ ਗਏ। ਕਹਿੰਦੇ ਜੀ ਬੇਵਕੂਫ ਬੰਦਾ ਆ, ਕਿੱਥੋਂ ਚੱਲੇ ਇਹਨੂੰ ਲੈ ਕੇ, ਕਿੱਧਰ ਕਿੱਧਰ ਖੱਜਲ ਹੋ ਕੇ ਆਏ ਆ, ਅੱਜ ਕਹਿੰਦਾ ਚਲੋ ਚੱਲੀਏ। ਉਹਨੂੰ ਸਮਝਾਉਣ ਲੱਗ ਗਏ। ਧਿਆਨ ਨਾਲ ਬੈਠੀਏ ਸਾਰੇ, ਇਹਨੇ ਸੁਣਨਾ ਨਹੀਂ ਹੈਗਾ, ਸਭ ਬੜੇ ਸਟੇਟ ਹੋ ਕੇ ਬੈਠੀ ਹੈ। तो इस नमान ਨੂੰ ਸਮਝਾਇਆ ਗਿਆ। ਪੜ੍ਹੀਏ 12 ਤੋਂ ਕੀ ਲਿਖਿਆ। ਕਿ ਦਮਿਸ਼ਕ ਦੀਆਂ ਨਦੀਆਂ ਅਬਰਾਹਮ ਦੇ ਪੁੱਤ ਪਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਦੇ ਸੰਗੀਆਂ ਨਹੀਂ ਹਨ। ਹਾਂਜੀ। ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ? ਸੋ ਉਹ ਮੁੜਿਆ ਅਤੇ ਗੁੱਸੇ ਨਾਲ ਚਲਿਆ ਗਿਆ। ਤਦ ਉਹਦੇ ਚਾਕਰ ਨੇੜੇ ਆਏ ਤੇ ਉਹਨੂੰ ਆਖਿਆ ਕਿ ਸਾਡੇ ਪਿਤਾ, ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕਿ ਤੁਸੀਂ ਨਾ ਕਰਦੇ। ਹਾਲੇਲੂਇਆ। ਹਾਲੇਲੂਇਆ। ਨੌਕਰ ਗੁੱਸੇ ਵਿੱਚ ਆ ਗਏ। ਉਹ ਕਹਿੰਦੇ ਉਹ ਸਾਡੇ ਪਿਓ ਸੁਣਦਾ ਕਿਦੋਂ ਖਿਲਾਰ ਰੱਖ ਰੋਕ ਮਾੜਾ। ਜੇ ਨਬੀ ਨੂੰ ਵੱਡੀ ਗੱਲ ਕਹਿ ਦਿੰਦਾ ਫਿਰ ਵੀ ਤਾਂ ਮੰਨਣਾ ਸੀ। ਜੋ ਤੈਨੂੰ ਕਹਿੰਦਾ ਜੋ ਕੁਝ ਲੈ ਕੇ ਆਇਆ ਤੂੰ ਦੁੱਗਣਾ ਜਾਂ ਚੌਗਣਾ ਚਾਹੀਦਾ, ਫਿਰ ਵੀ ਤੂੰ ਮੰਨਣਾ ਸੀ। ਹੁਣ ਤੇ ਸੌਖਾ ਕੰਮ ਦੱਸਿਆ, ਜਰਦਨ ਵਿੱਚ ਜਾ, 7 ਚੁੰਡੀਆਂ ਲਾ ਕੇ ਸੁੱਕ ਹੋ ਜਾ ਤੇ ਚੰਗਾ ਹੋ ਕੇ ਵਾਪਸ ਚਲਿਆ ਜਾ। तो तेन तू भी औखा काम नहीं दसिया, परमेश्वर दे प्यारे हो। इसे तरीके नाल परमेश्वर सानू कोई बड़ा काम नहीं दसदे। परमेश्वर साडे कोलों पैसे नहीं मंग नहीं करते। परमेश्वर सानू सिर्फ एक शब्द लांदे आ। 10 कोड़ी यसू कोल गए, उन्होंने शब्द लग्या जाओ जाके इस्राएल दे विच अपने आप नू जांच करो, दिखाओ। तो इस्राएल दे विच की आ सॉरी परमेश्वर दे घर दे विच जाओ, इस्राएल विच जाओ। तो इशारा किया तुसी भक्ति विच लग जाओ। यसू मसीह जी कह रहे तुसी भक्ति विच लग जाओ। अलीसा नबी ने कहा तू शुद्ध हो जा। सत का मतलब यह है कि संपूर्ण हो जाओ। जिन्ना चਿਰ ਅਸੀਂ ਸੰਪੂਰਨ ਨਹੀਂ ਹੁੰਦੇ, ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਨਾਲ ਤਨੋਂ ਮਨੋਂ ਇਕਜੁੱਟ ਨਹੀਂ ਹੁੰਦੇ, ਉਹਨਾਂ ਚਿਰ ਸਾਡੀ ਉਹ ਸਮੱਸਿਆ ਕਦੇ ਨਿਕਲ ਨਹੀਂ ਸਕਦੀ ਜਿਹਨੂੰ ਲੈ ਕੇ ਅਸੀਂ ਬੜੇ ਦੂਰ ਦੇਸ਼ ਤੋਂ ਚਲੇ ਆ ਰਹੇ ਹਾਂ। ਉਹ ਜਿਹੜੀ ਵਿਪਤਾ ਸਾਡੇ ਮਗਰ ਫੇਲੀਅਰ ਦੀ ਦੁਸ਼ਟ ਆਤਮਾ ਦੀ ਆ, ਉਹ ਉਹਨਾਂ ਚਿਰ ਨਹੀਂ ਨਿਕਲ ਸਕਦੀ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਸਰੈਂਡਰ ਨਹੀਂ ਕਰਦੇ ਔਰ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਨਹੀਂ ਕਰਦੇ। ਇਸ ਆਦਮੀ ਨੂੰ ਸਮਝਾਉਣ ਲੱਗੇ, ਕਹਿੰਦੇ ਸਾਡੇ ਪਿਓ ਸੁਣ ਜਾ, ਗੱਲ ਸੁਣ, ਮੰਨਦਾ, ਚੱਲ ਇੱਧਰ ਨੂੰ ਮੋੜ ਰੱਖ, ਵਾਪਸ ਚਲੇ ਜਾਵਾਂਗੇ, ਜਾਣਾ ਹੀ ਆ। ਉਹਨੇ ਕਿਹੜਾ ਬੰਦ ਲੈਣਾ, ਮੰਨ ਗਿਆ। ਅੱਜ ਬੜੇ ਬਹੁਤ ਜ਼ਿਆਦਾ ਜਿਹੜੇ ਨਮਾਨ ਕੋੜੀ ਨੇ ਜਿਹੜੇ ਮੰਨਦੇ ਨਹੀਂ। ਉਹਦੇ ਨਮਾਨ ਭਾਗਾ ਵਾਲਾ ਨਿਕਲਿਆ ਜਿਹੜਾ ਆਪਣੇ ਨੌਕਰਾਂ ਦੀ ਗੱਲ ਮੰਨ ਗਿਆ, ਆਪਣੇ ਮੁਲਾਜ਼ਮਾਂ ਦੀ ਸ਼ਿਕਾਇਤਾਂ ਦੀ ਗੱਲ ਮੰਨ ਗਿਆ। ਅੱਗੇ ਜਾ ਕੇ ਪਤਾ ਲੱਗਦਾ ਆ ਜਰਦਨ ਦੇ ਕੋਲ ਗਿਆ,
ਦੇਖਿਆ ਪਾਣੀ ਤਾਂ ਉਦਾਂ ਦਾ ਹੀ ਲੱਗਦਾ ਆ ਜਿੱਦਾਂ ਦਾ ਮੇਰੇ ਦੇਸ਼ ਦੀਆਂ ਨਦੀਆਂ ਦਾ ਪਾਣੀ ਤਾਂ ਉਸੇ ਤਰ੍ਹਾਂ ਦਾ ਹੀ ਆ। ਚਲੋ ਪਹੁੰਚ ਗਏ ਆ, ਕੋਈ ਗੱਲ ਨਹੀਂ, ਉਤਾਰੇ ਕੱਪੜੇ, ਜਾ ਕੇ ਵਿੱਚ ਪਾਣੀ 'ਚ ਉਤਰਿਆ, ਚੁੱਭੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੇਖੀ ਜਾਣਾ ਕੋਈ ਫਰਕ ਨਹੀਂ ਪੈ ਰਿਹਾ। ਸ਼ਾਇਦ ਅਸੀਂ ਵੀ ਕਈ ਵਾਰੀ ਪ੍ਰਾਰਥਨਾ ਵਿੱਚ ਜੁੜ ਜਾਂਦੇ ਆ, ਪ੍ਰਾਰਥਨਾ ਕਰੀ ਜਾਂਦੇ, ਫਰਕ ਨਹੀਂ ਪੈ ਰਿਹਾ। ਅਜੇ ਮੈਂ ਉਸੇ ਤਰ੍ਹਾਂ ਦਾ ਹੀ ਆ, ਅਜੇ ਮੈਂ ਉਸੇ ਤਰ੍ਹਾਂ ਦਾ ਹੀ ਆ। ਪਰ ਜਿਸ ਤਰ੍ਹਾਂ ਪਰਮੇਸ਼ਰ ਦਾ ਸ਼ਬਦ ਸਾਡੀ ਜ਼ਿੰਦਗੀ 'ਚ ਪੂਰਾ ਹੁੰਦਾ ਆ, ਜਦੋਂ ਸਭੀ ਵਾਰੀ ਪਾਣੀ ਵਿੱਚੋਂ ਬਾਹਰ ਆ ਗਿਆ ਤੇ ਬਿਲਕੁਲ ਇੱਕ ਬੱਚੇ ਦੀ ਨਿਆਈ। ਹਾਲੇਲੂਇਆ, ਹੱਥ ਫੜਾ ਕੇ ਹਾਲੇਲੂਇਆ। ਅਲੀਸਾ ਨੇ ਕਿਹਾ ਸੀ 7 ਚੁੱਭੀਆਂ ਲਾ ਤੇ ਇੱਕ ਬੱਚੇ ਦੀ ਨਿਆਈ ਹੋ ਗਈ ਵਾਪਸ। ਕਿ ਅਸੀਂ ਬੱਚੇ ਦੀ ਨਿਆਈ ਬਣਦੇ ਹਾਂ? ਬੱਚੇ ਦੀ ਸੋਚ ਕੀ ਹੁੰਦੀ ਆ? ਅਸੀਂ ਕਈ ਵਾਰੀ ਸ਼ਬਦ ਨੂੰ ਪੜ੍ਹਿਆ, ਕਈ ਵਾਰੀ ਇਸ ਕਲਾਮ ਨੂੰ ਸੁਣਿਆ, ਕਈ ਵਾਰੀ ਸੁਣਾਇਆ। ਅੱਜ ਅਸੀਂ ਇਸ ਸ਼ਬਦ ਤੇ ਥੋੜੀ ਗੌਰ ਕਰਨੀ ਆ। ਯਿਸੂ ਮਸੀਹ ਜੀ ਨੇ ਕਿਹਾ ਸੀ ਜਿਹੜਾ ਇੱਕ ਛੋਟੇ ਬਾਲਕ ਦੀ ਨਿਆਈ ਪਰਮੇਸ਼ਰ ਦੇ ਰਾਜ ਨੂੰ ਕਬੂਲ ਨਹੀਂ ਕਰਦਾ, ਉਹ ਪਰਮੇਸ਼ਰ ਦੇ ਰਾਜ ਦਾ ਅਧਿਕਾਰੀ ਬਣ। तो इस जगह पे अलीसा को क्या गया, तू बच्चे की न्याय बन जाएगा, शुद्ध हो जाएगा, जिसमें ਵਿੱਚ कोई कपट ही नहीं। बच्चे ਚ कोई कपट होता जी? इस जगह पे बड़े बात होती है, वो बच्चे को पढ़ना, ਉਹਦੇ ਘਰ ਦੇ ਸਾਰੇ ਪੇਤ ਲੈਣੇ, ਇੱਧਰ ਪੁੱਤ ਹੋ ਰਿਹਾ ਟੋਫੀ ਪੜ, ਤੇਰੇ ਡੈਡੀ ਕੀ ਆਂਦਾ ਹੈ, ਤੇਰੀ ਮੰਮੀ ਕੀ ਆਂਦੀ ਸੀ, ਉਹ ਤਾਂ ਸੋਧੇ ਉਹਨੂੰ ਸਾਰਾ ਕੁਝ ਦੱਸ ਰਹੀ ਹੈ। ਹਾਲੇਲੂਇਆ, ਹੁੰਦਾ ਹੈ ਆ ਜਾਣਾ ਹੁੰਦਾ ਹੈ। ਸ਼ੈਤਾਨ ਵੀ ਇਸੇ ਤਰ੍ਹਾਂ ਕਰਦਾ ਹੈ। शैतान भी इस तरह नियाणिਆਂ ਨੂੰ ਫੜਦਾ ਆ, ਜਿਹੜੇ ਆਤਮਾ ਵਿੱਚ ਨਿਆਣੇ ਆ, ਜਿਹੜੇ ਆਤਮਾ ਦੇ ਵਿੱਚ ਨਿਆਣੇ ਆ, ਉਹਨਾਂ ਨੂੰ ਫੜਦਾ, ਉਹਨਾਂ ਤੇ ਆਪਣੇ ਅਟੈਕ ਚਾਹੁੰਦਾ ਆ। ਤੂੰ ਐ ਕਰਦਾ, ਤੂੰ ਫਲਾਣ ਕਰਦਾ, ਤੂੰ ਤਾਂ ਸੋਹਣਾ ਬੜਾ ਆ, ਤੈਨੂੰ ਕਿਹੜੀ ਘਾਟ ਆ, ਤੇਰੇ ਵਾਸਤੇ ਕੁੜੀਆਂ ਨੇ, ਤੇਰੇ ਵਾਸਤੇ ਮੁੰਡੇ ਬੜੇ ਆ, ਤੂੰ ਕਿਹੜੇ ਚੱਕਰਾਂ 'ਚ ਪਿਆ ਆ, ਤੂੰ ਆਪਣੇ ਪਿਓ ਦਾ ਕਿਉਂ ਡਰ ਰੱਖਦਾ, ਤੂੰ ਆਪਣੀ ਮਾਂ ਦੀ ਕਿਉਂ ਡਰ ਰੱਖਦਾ ਆ, ਰੱਖਦੀ ਆ, ਤੇਰੇ ਵਾਸਤੇ ਹੋਰ ਪਿਓ ਤੇਰੇ ਆ। ਪਰ ਬਾਣੀ 'ਚ ਲਿਖਿਆ ਆ ਪਾਪ ਦੀ ਮਜ਼ਦੂਰੀ ਮੌਤ ਆ, ਜਿਹੜਾ ਪਾਪ ਕਰੇਗਾ ਸੋ ਮਰੇਗਾ। ਜੇ ਇਹ ਵੀ ਪਾਪ ਕਰ ਦਿੰਦਾ, ਸਭ ਨੂੰ ਨਾ ਮੰਨਦਾ ਤੇ ਮਰਨਾ ਹੀ ਸੀ। ਪਾਪ ਜੀ ਉਸ ਕੋਟ ਦੇ ਵਿੱਚ ਹੀ ਮਰਨਾ ਸੀ। ਜੇ ਉਹ ਬੰਦਾ ਜਿਹੜਾ ਯਹੂਨਾ ਦੇ ਵਿੱਚ ਅਸੀਂ ਪੜ੍ਹਿਆ ਸੀ, ਜਿਹੜਾ ਜਵਾਨੂ ਅੰਨਾ ਸੀਗਾ, ਜੇ ਉਹ ਵੀ ਹੁਕਮ ਨਾ ਮੰਨਦਾ ਤੇ ਅੰਨੇਪਨ 'ਚ ਹੀ ਮਰਨਾ ਸੀਗਾ। ਅੱਜ ਬੜੇ ਲੋਕ ਨੇ ਅੰਨੇਪਨ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਨਿਭਾਈ ਜਾਂਦੇ ਆ। ਬੜੇ ਲੋਕ ਆ ਆਪਣੇ ਕੋਟ ਦੇ ਵਿੱਚ ਆਪਣੀ ਜ਼ਿੰਦਗੀ ਨਿਭਾਈ ਜਾਂਦੇ ਆ। ਉਹ ਮੰਨਦੇ ਨਹੀਂ, ਸਮਝਦੇ ਨਹੀਂ ਭਾਈ ਪਰਮੇਸ਼ਰ ਮੈਨੂੰ ਕੀ ਸਮਝਾਉਣਾ ਚਾਹੁੰਦੇ ਆ, ਪਰਮੇਸ਼ਰ ਮੈਨੂੰ ਆਪਣੇ ਦਾਸ ਦੇ ਦੁਆਰਾ ਕੀ ਸਮਝਾਉਣਾ ਚਾਹੁੰਦੇ ਆ, ਪਰਮੇਸ਼ਰ ਆਪਣੇ ਕਲਾਮ ਦੇ ਦੁਆਰਾ ਮੈਨੂੰ ਕੀ ਦੇਣਾ ਚਾਹੁੰਦੇ ਆ। ਮੈਂ ਕਹਿੰਦਾ ਨਮਾਨ ਕੋਲ ਦੇ ਭਾਗਾ ਵਾਲਾ ਨਿਕਲਿਆ ਜਿਹੜਾ ਮੰਨ ਗਿਆ, ਸਮਝ ਗਿਆ, ਬਹੁਤ ਛੇਤੀ ਸਮਝ ਗਿਆ। ਜਦ ਹੀ 7 ਚੁੱਭੀਆਂ ਲਾਈਆਂ, ਇੱਕ ਬੱਚੇ ਦੀ ਤਰ੍ਹਾਂ ਜਦੋਂ ਪਾਣੀ ਚੋਂ ਬਾਹਰ ਨਿਕਲਿਆ, ਉਹ ਖੁਸ਼ ਹੋ ਗਿਆ, ਆਪਣੇ ਆਪ ਨੂੰ ਚੈੱਕ ਕਰਨ ਲੱਗ ਗਿਆ। ਮੈਂ ਕਹਿੰਦਾ ਜਿਹੜੇ ਨਾਲ ਦੇ ਸੀਗੇ ਉਹ ਤੇ ਉੱਥੇ ਦੁਨੀਆਂ ਪਾਉਣ ਲੱਗੇ ਹੋਏ ਆ, ਸਾਡਾ ਬਾਦਸ਼ਾਹ ਸਲਾਮਤ ਹੋ ਗਿਆ, ਸਾਡਾ ਸੈਨਾਪਤੀ ਠੀਕ ਹੋ ਗਿਆ ਆ, ਹੁਣ ਸਾਨੂੰ ਕਿਹੜੀ ਚੀਜ਼ ਦੀ ਘਾਟ ਆ। ਬਣ ਚ ਲਿਖਿਆ ਆਪਣੀ ਟੋਲੀ ਦੇ ਸਮੇਤ ਜੋ ਕੁਝ ਨਾਲ ਲੈ ਕੇ ਆਇਆ, ਉਹ ਬਲ, ਉਹ ਸਾਰੀ ਸੈਨਾ ਨਾਲ ਲੈ ਕੇ ਅਲੀਸਾ ਦੇ ਅੱਗੇ ਜਾ ਕੇ ਝੁਕਿਆ, ਉਹਨੂੰ ਜਾ ਕੇ ਪ੍ਰਣਾਮ ਕੀਤਾ, ਉਹਨੂੰ ਜਾ ਕੇ ਸਜਦਾ ਕੀਤਾ। ਇਹਨੇ ਆਖਿਆ ਚੁੱਭਿਆ ਤੇ ਮੈਂ ਤਾਂ ਅਲੀਸਾ ਦਾ ਕੀ ਹੋਇਆ ਇਹਦੇ ਚ? ਹਾਲੇਲੂਇਆ, ਠੀਕ ਹੋ ਗਿਆ, ਪਰਮੇਸ਼ਰ ਨੇ ਮੈਨੂੰ ਠੀਕ ਕਰ ਦਿੱਤਾ। ਤੇ ਰੱਬ ਦੇ ਬੰਦੇ ਦਾ ਕੀ ਰੋਲ ਹੋਇਆ? ਪਿਛਲੇ ਸਾਡੀ ਮੀਟਿੰਗ ਦੇ ਵਿੱਚ ਸਾਡੇ ਸੈਕਟਰੀ ਸਾਹਿਬ ਨੇ ਗੀਤ ਗਾਇਆ ਸੀ, ਬੜਾ ਵਧੀਆ, ਜਿਹੜਾ ਸੀ ਉਹ ਰੱਬ ਦੇ ਦਾਸਾਂ ਦੇ ਬਾਰੇ ਵਿੱਚ, ਸੰਤਾਂ ਦੇ ਬਿਨਾਂ ਕਾਹਦੀ ਇਹ ਯਾਤਰਾ। ਹਾਲੇਲੂਇਆ, ਸੰਤ ਤੇ ਹੁੰਦੇ ਨੇ ਖੁਦਾ, ਉਹਨੂੰ ਪਤਾ ਲੱਗ ਚੁੱਕਿਆ ਸੀ ਮੈਨੂੰ ਜਰਦਨ ਤੱਕ ਲਿਆਉਣ ਦੇ ਲਈ, ਜਰਦਨ ਚੋਂ ਮੈਨੂੰ ਚੰਗਿਆਈ ਦੇਣ ਦੇ ਲਈ ਅਲੀਸਾ ਦਾ ਪੂਰਾ ਹੱਥ ਆ। ਉੱਥੋਂ ਵਾਪਸ ਗਿਆ, ਟੋਲੀ ਲੈ ਕੇ ਗਿਆ, ਜਿੰਨੇ ਨਾਲ ਸਿਪਾਹੀ ਆਏ ਸੀ ਸਾਰੇ ਨੂੰ ਨਾਲ ਲੈ ਕੇ ਗਿਆ, ਸਾਰਾ ਸੋਨਾ ਚਾਂਦੀ ਜਿਹੜੀ ਭੇਟ ਲੈ ਕੇ ਅਸੀਂ ਨਾਲ ਲੈ ਕੇ ਗਿਆ। ਜਾ ਕੇ ਲੈ ਕੇ ਸਜਦਾ ਕੀਤਾ, ਝੁਕਿਆ, ਕਹਿੰਦਾ ਜੀ ਜੋ ਕੁਝ ਮੈਂ ਲਿਆਂਦਾ ਆ ਸਾਰਾ ਤੁਹਾਡਾ ਹੀ ਆ। ਤਾਂ ਪਰਮੇਸ਼ਰ ਦੇ ਬੰਦੇ ਨੇ ਕੀ ਆਖਿਆ? ਮੈਂ ਜਿਸ ਪਰਮੇਸ਼ਰ ਦੇ ਸਾਹਮਣੇ ਖੜਾ ਆ, ਉਹਦੀ ਸਹੁੰ ਮੈਂ ਦੇ ਵਿੱਚੋਂ ਕੁਝ ਵੀ ਨਹੀਂ ਲਵਾਂਗਾ। ਹਾਲੇਲੂਇਆ, ਅਲੀਸਾ ਨੇ ਕਿਉਂ ਕਿਹਾ ਇਸ ਤਰ੍ਹਾਂ? ਅਲੀਸਾ ਨੇ ਕਿਉਂ ਕਿਹਾ ਇਸ ਤਰ੍ਹਾਂ? ਅਲੀਸਾ ਨੇ ਅਫਸਰ ਦਾ ਸੀ, ਹੱਕਦਾਰ ਸੀ। ਅਲੀਸਾ ਉਹਦੇ ਘਮੰਡ ਨੂੰ ਤੋੜਨਾ ਚਾਹੁੰਦਾ ਸੀਗਾ, ਜਿਹੜਾ ਘਮੰਡ ਕਰਦਾ ਸੀ ਮੈਂ ਆਪਣੇ ਧਨ ਦੌਲਤ ਦੇ ਨਾਲ ਚੰਗਾ ਹੋ ਸਕਦਾ ਆ। ਅਲੀਸਾ ਨੇ ਇਸ ਗੱਲ ਨੂੰ ਸਾਬਤ ਕੀਤਾ, ਜੇ ਤੇਰੇ ਕੋਲ ਧਨ ਦੌਲਤ ਨਾ ਵੀ ਹੁੰਦਾ ਤੇ ਤੈਨੂੰ ਤਾਂ ਵੀ ਪਰਮੇਸ਼ਰ ਨੇ ਚੰਗਾ ਕਰ। ਹਾਲੇਲੂਇਆ, ਇਹ ਨਾ ਸਮਝੇ ਮੈਂ ਤੇਰੇ ਕੋਲ ਭੇਂਟ ਰੱਖ ਲਵਾਂ, ਕੱਲ ਨੂੰ ਆਪਣੇ ਦੇਸ਼ ਵਿੱਚ ਜਾ ਕੇ ਰੌਲਾ ਪਾਵੇਂ, ਮੇਰੀਆਂ ਭੇਂਟਾਂ ਨੇ ਮੈਨੂੰ ਕੀ ਕਰ ਦਿੱਤਾ? ਚੰਗਾ ਕਰ ਦਿੱਤਾ। ਗਲਾਸ ਲੈ ਕੇ ਹਾਲੇਲੂਇਆ, ਮੇਰੇ ਧਨ ਦੌਲਤ ਨੇ ਮੈਨੂੰ ਚੰਗਾ ਕਰ ਦਿੱਤਾ ਆ। ਤਾਂ ਫਿਰ ਅਲੀਸਾ ਦੇ ਨਾਲ ਦੀ ਗੱਲਬਾਤ ਚੱਲਣੀ ਜਾਂਦੀ ਹੈ। ਅੱਗੇ ਪੜ੍ਹੀਏ 13-14 ਤੋਂ ਪੜ੍ਹੀਏ।
तद परमेश्वर ने जन ने आख्या आखे के अनुसार उन्हें गर्दन में उतर के 7 चुब्बियां मारियां ते फिर उसकी देह निके बालक की देह वर्गी साफ हो गई अत शुद्ध हो गया ਤਾਂ ਉਹ ਤੇ ਉਸਦੀ ਸਾਰੀ ਟੋਲੀ ਪਰਮੇਸ਼ਰ ਦੇ ਜਾਣ ਕੋਲ ਮੁੜ ਕੇ ਆਏ। ਸਾਰੇ ਧਿਆਨ ਨਾਲ ਸੁਣੀਏ। ਪਰਮੇਸ਼ਰ ਦੇ ਦਾਸ ਦੇ ਕਹਿਣ ਦੇ ਮੁਤਾਬਕ ਜਦੋਂ ਉਹ ਜਰਦਨ ਵਿੱਚ ਗਿਆ, ਪਹਿਲੇ ਵੀ ਹੁੰਦਾ ਸੀ ਆਪਣੇ ਦੇਸ਼ ਦੀਆਂ ਨਦੀਆਂ ਦੇ ਵਿੱਚ, ਅਸੀਂ ਵੀ ਪਹਿਲੇ ਬੜੀਆਂ ਦੁਆਵਾਂ ਕਰ ਰਹੇ ਹੋਵਾਂਗੇ, ਪਹਿਲੇ ਵੀ ਅਸੀਂ ਬੜੀਆਂ ਬੰਦੀਆਂ ਅਟੈਂਡ ਕਰਦੇ ਹੋਵਾਂਗੇ, ਪਰ ਜਦੋਂ ਸਾਡੇ ਤੇ ਸ਼ਬਦ ਲੱਗ ਗਿਆ ਪਰਮੇਸ਼ਰ ਦਾ ਉਦੋਂ ਹੀ ਸਮਾਂ ਆ, ਉਸ ਸਮੇਂ ਤੋਂ ਇੱਕ ਜ਼ਰੂਰੀ ਸਮਝੀ ਹੈ। ਹਾਲੇਲੂਇਆ। ਬਾਣੀ ਚ ਲਿਖਿਆ ਅਲੀਸਾ ਦੇ ਕਹੇ ਦੇ ਮੁਤਾਬਕ ਉਹਨੇ ਸਾਰਾ ਕੁਝ ਕੀਤਾ और वापस परमेश्वर ਦੇ ਬੰਦੇ ਦੇ ਕੋਲ ਆਇਆ। ਹਾਂਜੀ। ਤਾਂ ਉਹ ਤੇ ਉਹਦੀ ਸਾਰੀ ਟੋਲੀ ਉਹ ਵੀ ਆਇਆ, ਉਹਦੀ ਸਾਰੀ ਟੋਲੀ ਵੀ ਆਈ ਕਿ ਅਸੀਂ ਚੰਗੇ ਹੋਣ ਤੋਂ ਬਾਅਦ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਜਾਂਦੇ ਆ ਧੰਨਵਾਦ ਕਰਨ ਦੇ ਲਈ। ਕਦੇ ਨਹੀਂ ਕਹਿੰਦੇ ਠੀਕ ਆ, ਬਸ ਕੰਮ ਹੋ ਗਿਆ, ਮੌਜਾਂ ਲੱਗ ਗਈਆਂ। ਹਾਲੇਲੂਇਆ। ਠੀਕ ਠਾਕ ਹੈ ਜੀ। ਇਹਦੀ ਜਿਹੜੀ ਕੋਈ ਵੱਡੀ ਗੱਲ ਹੋ ਗਈ ਆ, ਮੈਨੂੰ ਪਤਾ ਮੈਨੂੰ ਪਰਮੇਸ਼ਰ ਨੇ ਚੰਗਾ ਕਰਨਾ ਹੀ ਕਰਨਾ ਸੀ। ਹਾਲੇਲੂਇਆ। ਮੈਨੂੰ ਪਤਾ ਆ ਮੈਨੂੰ ਰੱਬ ਨੇ ਚੰਗਾ ਕਰਨਾ ਹੀ। ਜੇ ਮੈਨੂੰ ਇਹ ਪਤਾ ਤੇ ਮੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੈਨੂੰ ਸਜਦਾ ਵੀ ਕਰਨਾ ਹੈ। ਹਾਲੇਲੂਇਆ। ਹਾਲੇਲੂਇਆ। ਮੈਂ ਸਜਦਾ ਵੀ ਕਰਨਾ ਹੈ ਉਹਦਾ। 10 ਪੌੜੀ ਜਿਹੜੇ ਦੱਸੇ ਗਏ ਸੀ ਨਾ, 10 ਦੇ ਵਿੱਚੋਂ ਇੱਕੋ ਵਾਪਸ ਆਇਆ ਸੀ। ਕਹਿੰਦੇ ਸੋਚਿਆ ਮੈਨੂੰ ਤਾਂ ਪਹਿਲੇ ਬੜਾ ਜਾਪਣ ਗਿਆ ਸੀ, ਮੈਂ ਅੱਗੇ ਤੋਂ ਚੰਗਾ ਹੋ ਰਿਹਾ। ਕਿਸੇ ਨੇ ਕੁਝ ਕਿਸੇ ਨੇ ਕੁਛ, ਅਸੀਂ ਉਧਰ ਨੂੰ ਨਹੀਂ ਜਾਣਾ, ਅਸੀਂ ਸਾਰਾ ਜ਼ਿਆਦਾ ਸਮਾਂ ਨਹੀਂ ਲੈਣਾ। ਅਲੀਸਾ ਦੇ ਬਾਰੇ ਵਿੱਚ ਹੀ ਪੜਾਂਗੇ। ਅੱਜ ਕੀ ਕਹਿ ਰਿਹਾ ਅੱਗੇ? ਪਰਮੇਸ਼ਰ ਦੇ ਜਨ ਕੋਲ ਮੁੜ ਕੇ ਆਏ ਅਤੇ ਉਹਦੇ ਅੱਗੇ ਖਲੋਤਾ ਤੇ ਬੋਲਿਆ ਵੀ ਮੈਂ ਜਾਣਦਾ ਹਾਂ ਕਿ ਇਸਰਾਇਲ ਤੋਂ ਬਿਨਾਂ ਸਾਰੀ ਧਰਤੀ ਉੱਤੇ ਕੋਈ ਪਰਮੇਸ਼ਰ ਨਹੀਂ ਹੈ। ਹੁਣ ਅਲੀਸਾ ਦੇ ਸਾਹਮਣੇ ਆ ਕੇ ਨਮਾਨ ਕੋਲ ਹੀ ਖੜਾ ਹੋ ਗਿਆ, ਹੱਥ ਜੋੜ ਕੇ ਖੜਾ ਹੋ ਗਿਆ। ਮੈਨੂੰ ਪਤਾ ਲੱਗ ਚੁੱਕਿਆ ਸਾਰੀ ਧਰਤੀ ਦੇ ਉੱਤੇ ਇਸਰਾਇਲ ਤੋਂ ਬਿਨਾਂ ਹੋਰ ਕਿਤੇ ਪਰਮੇਸ਼ਵਰ ਨਹੀਂ ਹੈਗਾ। ਮੈਨੂੰ ਪਤਾ ਲੱਗ ਚੁੱਕਿਆ ਜਿਉਂਦਾ ਪਰਮੇਸ਼ਵਰ ਯਹੋਵਾ ਪਰਮੇਸ਼ਵਰ ਹੀ ਆ। ਹਾਲੇਲੂਇਆ। ਤੇ ਕੁਝ ਮੰਗ ਰੱਖ ਰਿਹਾ। ਪੜੀਏ। ਇਸ ਲਈ ਹੁਣ ਆਪਣੇ ਚਾਕਰਾਂ ਦੀ ਇੱਕ ਨਜ਼ਰ ਕਬੂਲ ਕਰ। ਪਹਿਲੇ ਕ੍ਰੋਧ ਵਿੱਚ ਸੀਗਾ, ਜਦ ਹੁਕਮ ਲੱਗਿਆ ਸੀ ਉਦੋਂ ਕ੍ਰੋਧ ਵਿੱਚ ਸੀਗਾ। ਇਸ ਤਰ੍ਹਾਂ ਹੁੰਦਾ ਹੈ ਜਦੋਂ ਸਮਝ ਲੱਗਦਾ ਤਾਂ ਬੜਾ ਔਖਾ ਲੱਗਦਾ ਹੈ। ਯਿਸੂ ਮਸੀਹ ਦੇ ਚੇਲਿਆਂ ਨੂੰ ਬੜਾ ਔਖਾ ਲੱਗਦਾ ਸੀ। ਯਿਸੂ ਮਸੀਹ ਨੇ ਕਿਹਾ ਭਾਈ ਉੱਠੋ ਪ੍ਰਾਰਥਨਾ ਕਰੋ। ਚੇਲਿਆਂ ਨੂੰ ਬੜਾ ਔਖਾ ਲੱਗਦਾ ਸੀ। ਉਹ ਸਵਾਮੀ ਜੀ ਹੱਥ ਕਰ ਰਹੇ ਹੋ, ਸਾਰੇ ਦਿਨ ਨਵਾਜ਼ੀ ਰਹੇ ਆ, ਸਵੇਰੇ ਫਿਰ ਦੁਆ ਕਰਨ ਲੱਗੇ ਛੱਡੋ ਪਰੇ, ਰਾਤ ਦਾ ਸੌਣ ਦਿਓ। ਇਸ ਆਦਮੀ ਨੂੰ ਪਹਿਲੇ ਔਖਾ ਲੱਗਦਾ ਸੀਗਾ। ਹੁਣ ਕੀ ਕਹਿ ਰਹੇ, ਜਾ ਕੇ ਝੁਕ ਰਿਹਾ ਆ। ਹੁਣ ਤੁਸੀਂ ਇੱਕ ਮੇਰੀ ਬੇਨਤੀ ਨੂੰ ਸੁਣੋ। ਹਾਂਜੀ। ਪਰ ਉਸਨੇ ਆਖਿਆ ਜਿਉਂਦੀ ਯਹੋਵਾ ਦੀ ਸਹੁੰ ਜਿਹਦੇ ਅੱਗੇ ਮੈਂ ਖਲੋਤਾ ਹਾਂ, ਹਾਂਜੀ। ਮੈਂ ਕੁਝ ਕਬੂਲ ਨਹੀਂ ਕਰਾਂਗਾ। ਮੈਂ ਕਿ ਭੇਡ ਜੋ ਕੁਝ ਕਬੂਲ ਨਹੀਂ ਕਰਾਂਗਾ। ਹਾਂ। ਭਾਵੇਂ ਉਹ ਤੇ ਖੜੇ ਪੈ ਪਿਆ, ਭਾਵੇਂ ਉਹਦੇ ਖੜੇ ਵੀ ਪਿਆ, ਬੇਸ਼ੱਕ ਉਹਦੇ ਖੜੇ ਵੀ ਪਿਆ। ਪਰਮੇਸ਼ਰ ਦੇ ਕਹਿ ਹੋ, ਪਰਮੇਸ਼ਰ ਆਪਣੇ ਲੋਕਾਂ ਨੂੰ ਕਦੇ ਵੀ ਭੁੱਖਾ ਨਹੀਂ ਮਰਨ ਦਿੰਦੇ। ਬਾਈਬਲ ਦੇ ਵਿੱਚ ਲਿਖਿਆ ਸ਼ੇਰ ਤੇ ਬੱਚਿਆਂ ਨੂੰ ਘੱਟ ਪੈਸਾ ਹੁੰਦਾ, ਮੇਰੇ ਤਾਲਬਾਂ ਨੂੰ ਕਦੇ ਵੀ ਕਿਸੇ ਬੜੀ ਵਰਦੀ ਥੋੜ। ਅਲੀਸਾ ਦਾ ਜਿਹੜਾ ਗੁਰੂ ਸੀਗਾ ਇੰਡੀਆ, ਉਹਨੂੰ ਕਾਂ ਦੇ ਦੁਆਰਾ ਪਰਮੇਸ਼ਰ ਨੇ ਰੋਟੀ ਮੁਹੱਈਆ ਕਰਾਈ ਸੀ। ਰੋਟੀ ਵੀ ਤੇ ਸਬਜ਼ੀ ਵੀ। ਪਾਣੀ ਕਿੱਥੋਂ ਪੀਂਦਾ ਸੀਗਾ? ਉਸ ਨਾਲੇ ਤੋਂ। ਅੱਜ ਸਾਨੂੰ ਨਲਕੇ ਦਾ ਪਾਣੀ ਨਹੀਂ ਪਚਦਾ, ਕਹਿੰਦੇ ਜੀ ਇਨਫੈਕਸ਼ਨ ਬੜੀ ਹੈ। ਹਾਲੇਲੂਇਆ। ਪਾਣੀ ਕਿਉਂ ਨਹੀਂ ਪਚ ਰਿਹਾ? ਬਾਣੀ 'ਚ ਲਿਖਿਆ ਜਿਸ ਤਰ੍ਹਾਂ ਜੁਰਮ ਵੱਧ ਰਿਹਾ, ਸਾਰਾ ਕੁਝ ਭ੍ਰਿਸ਼ਟ ਹੁੰਦਾ ਜਾ ਰਿਹਾ ਹੈ, ਸਾਰਾ ਕੁਝ ਬੇਕਾਰ ਹੁੰਦਾ ਜਾ ਰਿਹਾ ਹੈ। तो ये आदमी नजराने लैके आया, कहता मेरी भेंट को कबूल कर दो। और रब का बंदा कहता मैनू परमेश्वर जी की सौं आ, मैनू हुक्म ही नहीं होया तेरे को कुछ लैण का, जो कुछ लैके आया वापस चले जा। ताकि बड़ी लिखिया पहलू लवे पर उन्हें ना कर देते। तद नमान ने आख्या कि तेरे चाकर नूं जो खचरा दा भार मिट्टी नहीं दी जावेगी। ਤਾਂ ਫਿਰ ਨਮਾਨ ਕੋਲ ਜਾ ਕੇ ਠੀਕ ਆ, ਮੈਨੂੰ ਪਤਾ ਲੱਗ ਚੁੱਕਿਆ ਇਹ ਜਗ੍ਹਾ ਇੱਕ ਪਰਮੇਸ਼ਵਰ ਦੀ ਸਥਾਨ ਆ, ਇੱਥੇ ਪਰਮੇਸ਼ਵਰ ਜੀ ਦਾ ਵਾਸ ਆ। तो मेरी एक बेनती आ, इतों मैनू थोड़ी जी मिट्टी दी जाए, मैं 2 खच्चरां दे लद्दण जो मिट्टी लवांगा, मैं अपने देश में लैके जावांगा। इस मिट्टी को बिछा के मैं इहदे ते बैठ के ही परमेश्वर की उपासना करांगा। मैं समझदा कि यही पवित्र धरती आ। हालेलुया। अलीसा ने कहा जिस तरह तेरा विश्वास आ तू ले सकदा आ।
ਤੇ ਭੇਡ ਨਹੀਂ ਰੱਖੀ। ਪਰ ਥੋੜੇ ਸਮੇਂ ਦੇ ਬਾਅਦ ਵਿੱਚ ਅਲੀਸਾ ਦਾ ਮਾਲਕ ਜਿਹੜਾ ਗਿਹਾਜੀ ਸੀ ਉਹ ਮਗਰ ਚਲਿਆ ਗਿਆ। ਉਹਨੇ ਕਿਹਾ ਯਾਰ ਮੇਰਾ ਬਿਲਕੁਲ ਬੰਦਾ ਮਾਲਕ ਇਹ ਮੇਰਾ ਆ ਜਿਹੜਾ ਸਵਾਮੀ ਆ ਇਹਨੂੰ ਸਮਝਿਆ ਨਹੀਂ, ਇੰਨੀ ਵਧੀਆ ਭੇਡ ਲੈ ਕੇ ਆਇਆ ਸੀ, ਵਸਤਰ ਲੈ ਕੇ ਆਇਆ ਸੀ, ਸੋਨਾ ਚਾਂਦੀ ਲੈ ਕੇ ਆਇਆ ਸੀਗਾ, ਰੱਖਿਆ ਕਿਉਂ ਨਹੀਂ ਗਿਆ? ਮੈਂ ਲੈ ਕੇ ਆਵਾਂਗਾ। ਹਾਲੇਲੂਇਆ। तो की होया नुकसान करा दिया, नुकसान करा के बह गया, मगर दौड़िया गया और उस बंदे ने मान ने देखा पीछे को दौड़िया होगा। एक समय गुस्से वाला सीगा तो बड़ा नरमिया दवा दवा हाथ उतरिया दौड़ के अगल मंडी आया। सुख शांत है कहता सारे सुख शांत आ ਤੁਹਾਡੇ ਤੁਰਨ ਤੋਂ ਬਾਅਦ ਹੀ ਨਾ ਉਹ ਪਹਾੜੀ ਇਲਾਕੇ ਚੋਂ ਰੱਬ ਦੇ ਬੰਦੇ ਦੋ ਚਾਰ ਆ ਗਏ ਨੇ ਭਗਤ, ਉਹਨਾਂ ਦੇ ਲਈ ਥੋੜੇ ਵਸਤਰ ਦੋ ਕੋ ਵਸਤਰ ਦੇ ਦਿਓ, ਕੱਪੜਿਆਂ ਦੇ ਉਹ ਜੁੱਤੇ ਦੇ ਦਿਓ, ਉਹ ਕੋਈ ਥੋੜਾ ਬਹੁਤਾ ਹੋਰ ਭੇਟ ਦੇ ਦਿਓ। ਕਹਿੰਦਾ ਜੀ ਤੁਸੀਂ ਖੁਸ਼ੀ ਨਾਲ ਲਵੋ। ਹਾਲੇਲੂਇਆ। ਖੁਸ਼ੀ ਨਾਲ ਲਓ, ਵੱਧ ਲਓ। ਆਪਣੇ ਨੌਕਰਾਂ ਨੂੰ ਭੇਜਿਆ ਜੋ ਇਹਦੇ ਘਰ ਰੱਖ ਕੇ ਆਓ। ਰੱਖ ਕੇ ਆ ਗਿਆ, ਉਹ ਟੇਡੇ ਤੇ ਜਾ ਕੇ ਲਗਾ ਕੇ ਆ ਗਿਆ ਬਾਹਰ ਦੇ ਉੱਤੇ। ਵਾਪਸ ਅਲੀਸਾ ਦੇ ਫਿਰ ਕੋਲ ਉਸ ਕੁਟੀਆਂ ਦੇ ਵਿੱਚ ਉਸ ਜਗ੍ਹਾ ਤੇ ਪਹੁੰਚ ਗਿਆ, ਜਾ ਖੜਾ ਹੋ ਗਿਆ। ਅਲੀਸਾ ਕਹਿੰਦਾ ਭਾਈ ਗਾਜੀ ਕਿੱਥੋਂ ਆਇਆ? ਉਹਦੇ ਨਹੀਂ ਜੀ ਬਸ ਇੱਥੇ ਘੁੰਮਦਾ ਹੋ ਰਿਹਾ ਸੀਗਾ। ਕਹਿੰਦਾ ਕਿਉਂ ਝੂਠ ਬੋਲਦਾ ਹੈ? ਜਦੋਂ ਤੂੰ ਨਮਾਨ ਦੇ ਮਗਰ ਭੱਜਿਆ ਸੀ ਮੇਰਾ ਮਨ ਤੇਰੇ ਨਾਲ ਨਹੀਂ ਸੀ? ਜਦੋਂ ਉਹ ਰਾਸਤਾ ਉਤਰਿਆ ਕਿ ਮੈਂ ਤੈਨੂੰ ਦੇਖ ਨਹੀਂ ਸੀ ਰਿਹਾ? ਜਦੋਂ ਤੂੰ ਉਹਦੇ ਕੋਲੋਂ ਭੇਡਾਂ ਲੈ ਕੇ ਉਹ ਤੇਲੇ ਉੱਤੇ ਛੱਡ ਕੇ ਆਇਆ ਮੇਰਾ ਮਨ ਤੇਰੇ ਨਾਲ ਨਹੀਂ ਸੀ? ਜਾਂ ਅੱਜ ਤੋਂ ਬਾਅਦ ਨਮਾਨ ਦਾ ਕੋਲ ਤੇਰੇ ਤੇ ਤੇਰੇ ਘਰਾਣੇ ਦੇ ਸਦਾ ਤੋਂ ਸਦਾ ਤੱਕ ਬਣਿਆ। ਹਾਲੇਲੂਇਆ। ਉਹਦੇ ਲਈ ਸਬਦ ਸਰਾਪਾ ਲੱਗ ਗਿਆ ਕਿ ਲੱਗਿਆ ਨਹੀਂ? ਉਸੇ ਟਾਈਮ ਕੋਈ ਹੋ ਗਿਆ, ਖਲੋਤਾ ਖਲੋਤਾ ਬਸ ਵਰਗਾ ਚਿੱਟਾ ਹੋ ਕੇ ਸ਼ਰਮਿੰਦਾ ਹੋ ਕੇ ਵਾਪਸ ਚਲੇ ਗਿਆ। ਤੇ ਜਿਹਨੇ ਹੁਕਮ ਮੰਨ ਲਿਆ ਉਹ ਤੋਂ ਸੁੱਧ ਹੋ ਕੇ ਚਲੇ ਗਿਆ। ਅੱਜ ਜਦੋਂ ਵੀ ਅਸੀਂ ਪਰਮੇਸ਼ਰ ਦੇ ਬੰਦੇ ਕੋਲ ਜਾਂਦੇ ਆ, ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਂਦੇ ਆ, ਬੜੇ ਡਰਦੇ ਤੇ ਕੰਬਦੇ, ਕਿਉਂਕਿ ਪਰਮੇਸ਼ਰ ਭਸਮ ਕਰਨ ਵਾਲੀ ਆਗਿਆ, ਉਹ ਪਰਮੇਸ਼ਰ ਭਸਮ ਕਰਨ ਵਾਲੀ ਆਗਿਆ ਭਸਮ ਕਰ ਦਿੰਦਾ ਆ। ਸੈਕਿੰਡ ਦੇ ਵਿੱਚ ਭਸਮ ਕਰਕੇ ਰੱਖ ਦਿੰਦਾ ਆ। ਜਿਸ ਕੋ ਬਰਕਤ ਦੇਵੇ ਇੱਕ ਸੈਕਿੰਡ ਦੇ ਵਿੱਚ ਉਹਨੂੰ ਸੁੱਧ ਕਰਕੇ ਰੱਖ ਦਿੰਦੇ ਆ। ਸਾਨੂੰ ਪਰਮੇਸ਼ਰ ਦੇ ਸ਼ਬਦ ਨੂੰ ਮੰਨਣ ਦੀ ਲੋੜ ਆ, ਪਰਮੇਸ਼ਰ ਦੇ ਡਰ ਦੇ ਵਿੱਚ ਰਹਿਣ ਦੀ ਜ਼ਰੂਰਤ ਆ। ਇਹ ਨਹੀਂ ਵੀ ਚਲੋ ਕੋਈ ਗੱਲ ਨਹੀਂ ਆਪਣੇ ਪਿੰਡ ਦਾ ਪਾਸਟਰ ਆ, ਕੋਈ ਗੱਲ ਨਹੀਂ ਖੈਰ ਸਦਾ ਆ, ਜੋ ਮਰਜ਼ੀ ਵਾਲਾ ਪਾਉਂਦਾ ਹੈ, ਆਪਾਂ ਤਾਂ ਅੱਖਾਂ ਬਾਦੀ ਕਰਨੀਆਂ ਹੀ ਨਹੀਂ ਆ, ਆਪਾਂ ਅੱਖਾਂ ਖੁੱਲੀਆਂ ਰੱਖਣੀਆਂ ਨੇ। ਮੈਂ ਤੁਹਾਨੂੰ ਇੱਕ ਕਾਫੀ ਪੁਰਾਣੀ ਗੱਲ ਕਿਸੇ ਰੱਬ ਦੇ ਬੰਦੇ ਦੀ ਦੱਸਣਾ ਹੈ। ਕਰੀਬ ਅੱਜ ਤੋਂ 20 ਸਾਲ ਪਹਿਲੇ ਇੱਕ ਪਾਸਟਰ ਸਾਹਿਬ ਨੂੰ ਮਿਲੇ। ਉਹ ਮੈਨੂੰ ਦੱਸਣ ਲੱਗੇ ਕਿ ਮੇਰੀ ਸ਼ੁਰੂ ਤੋਂ ਦੋਸਤੀ ਪਾਸਟਰਾਂ ਨਾਲ ਹੀ ਹੋਈ ਆ। ਜਦੋਂ ਮੈਂ ਨਹੀਂ ਸੀ ਪਾਸਟਰ ਉਦੋਂ ਵੀ ਮੇਰੀ ਪਾਸਟਰਾਂ ਨਾਲ ਦੋਸਤੀ ਹੁੰਦੀ ਸੀ। ਹਾਲੇਲੂਇਆ। ਕਹਿੰਦੇ ਵੀ ਆਪਾਂ ਕਿਸੇ ਪਿੰਡ ਦੇ ਵਿੱਚ ਗਏ ਕਨਵੈਨਸ਼ਨ ਕਰਨ ਵਾਸਤੇ, ਮੈਨੂੰ ਵੀ ਉੱਥੇ ਮੌਕਾ ਮਿਲਿਆ ਪ੍ਰਾਰਥਨਾ ਕਰਨ ਦਾ। ਮੈਂ ਪ੍ਰਾਰਥਨਾ ਕੀਤੀ ਤੇ ਕਹਿੰਦਾ ਉੱਥੇ ਨਖੱਟੂ ਮੁੰਡੇ ਬੈਠੇ, ਨਖੱਟੂ ਸ਼ੈਤਾਨੀਆਂ ਕਰਨ ਵਾਲੇ ਸਿੱਧੇ ਕੇ ਬਣੇ। ਹਾਲੇਲੂਇਆ। ਜਾਣ ਬੁੱਝ ਕੇ ਕਹਿੰਦਾ ਮੇਰੇ ਕੋਲ ਆ ਕੇ ਕਹਿੰਦੇ ਜੀ ਇਹਦੇ ਪੇਟ 'ਚ ਗੜਬੜਿਆ ਨੂੰ ਟੱਕੀਆਂ ਬੜੀਆਂ ਲੱਗੀਆਂ ਨੇ। ਕਹਿੰਦਾ ਮੈਂ ਕਿਹਾ ਦੇਖ ਲਓ, ਮੈਂ ਤਾਂ ਦੁਆ ਕਰ ਦੇਣੀ ਆ ਜੋ ਤੁਹਾਡੀ ਨੀਚਾ ਹੋਈ ਹੋਣਾ ਹੈ। ਕਹਿੰਦੀ ਜੀ ਹਾਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ ਕਿ ਦੁਆ ਕਰੋ। ਪਹਿਲਾਂ ਮੈਂ ਹੱਥ ਰੱਖਿਆ, ਦੁਆ ਕੀਤੀ, ਪਰਮੇਸ਼ਰ ਜਿੱਦਾਂ ਦੀ ਨੀਚੇ ਹੁੰਦਾ ਹੋ ਜੇ। ਮਿੰਟ ਨਹੀਂ ਲੱਗਾ ਕਹਿੰਦਾ ਟੱਕੀਆਂ ਸ਼ੁਰੂ ਹੋ ਗਈਆਂ। ਹਾਲੇਲੂਇਆ। ਭੱਜਿਆ ਫਿਰੇ, ਕਦੇ ਇੱਧਰ ਨੂੰ ਕਦੇ ਇੱਧਰ ਨੂੰ ਭੱਜਿਆ ਫਿਰੇ। ਫਿਰ ਦੌੜੇ ਪਰ ਇਹਦੇ ਸ਼ੈਤਾਨੀ ਕੀਤੀ ਸੀ ਰੱਬ ਦੇ ਬੰਦੇ ਨਾਲ। ਇਹਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ? ਕਈ ਲੋਕ ਰੱਬ ਦੇ ਬੰਦੇ ਨੂੰ ਪਰਤਾਉਣ ਵਾਸਤੇ ਆ ਜਾਂਦੇ ਆ, ਪਰ ਇਹਦੀ ਕੋਈ ਸਮਝ ਆਉਂਦਾ ਕਿ ਨਹੀਂ ਆਉਂਦਾ? ਹਾਲੇਲੂਇਆ। ਸ਼ੈਤਾਨੀ ਕਰਨ ਲੱਗੇ, ਨੁਕਸਾਨ ਕੀਤਾ, ਡਾਕਟਰਾਂ ਕੋਲ ਭੱਜਦੇ। ਅਸੀਂ ਰਾਤ ਕਹਿੰਦਾ ਉੱਥੇ ਟਿਕੇ ਸੀਗੇ, ਅੱਧੀ ਰਾਤ ਨਾਲ ਹੀ ਆਪਣੇ ਮਾਂ-ਬਾਪ ਨੂੰ ਲੈ ਕੇ ਸਾਡੇ ਸਾਰੇ ਪਾਸਟਰਾਂ ਦੇ ਕੋਲ ਆ ਗਏ। ਕਹਿੰਦੇ ਜੀ ਇਹਨਾਂ ਕੋਲ ਗਲਤੀ ਹੋ ਗਈ ਹੈ, ਦੁਆ ਕਰੋ। ਕਹਿੰਦਾ ਮੈਨੂੰ ਤਾਂ ਪਤਾ ਸੀ। ਕਈ ਵਾਰੀ ਕਈ ਰੱਬ ਦੇ ਬੰਦੇ ਕੁਝ ਕਰਨਾ ਸ਼ੁਰੂ ਕਰਦੇ ਆ ਤੇ ਕੁਝ ਲੋਕ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ। ਆਪਾਂ ਸੋਚਦੇ ਆ ਇਹ ਬੰਦਾ ਬੇਵਕੂਫੀ ਆ। ਹਾਲੇਲੂਇਆ। ਕਹਿੰਦਾ ਫਿਰ ਰੱਬ ਦੇ ਅੱਗੇ ਦੁਆ ਕੀਤੀ ਗਈ, ਫਿਰ ਜਾ ਕੇ ਉਹਨੂੰ ਚੰਗਿਆਈ ਮਿਲੀ। ਡਾਕਟਰਾਂ ਨੇ ਨਹੀਂ ਚੰਗੇ ਕਰ ਸਕੇ, ਨਾ ਹੀ ਰੱਬ ਦੀ ਬਿਮਾਰੀ ਦਾ ਇਲਾਜ ਕੋਈ ਭਲਾ ਇਲਾਜ ਨਹੀਂ ਹੁੰਦਾ। ਜਦੋਂ ਰੱਬ ਦੀ ਬਿਮਾਰੀ ਲੱਗਦੀ ਹੈ ਤਾਂ ਕੋਈ ਇਲਾਜ ਨਹੀਂ ਹੁੰਦਾ। ਹਾਲੇਲੂਇਆ। तो सानू परमेश्वर के हुक्म को मनन की लोड़ है। हर रोज असली कलाम को सुनते हैं, पढ़ते हैं, उस कलाम को मनीए। ये शब्द लग जाता है। मैं पिछले हफ्ते में तुहानू गल दसी सी, इस हफ्ते में तुसीं अज कलाम सुन के जा रहे हो। ये जिहड़ा कलाम है, इस कलाम के नाल नाल तुहाडी इस हफ्ते में परीक्षा होगी। तुहानू कलाम ही नहीं जानते, तुसीं परीक्षा तो किद्दां बचोगे? हालेलुया। और अज दा सारा कलाम है परमेश्वर के शब्द को मनना। तो जिन्हें ने इसनूं सुनिया, समझिया, विचारिया इस शब्द के
ਵਿਰੋਧ ਵਿੱਚ ਸ਼ੈਤਾਨ ਤੁਹਾਡੇ ਨਾਲ ਆ ਕੇ ਪੰਗੇ ਲਏਗਾ, ਭਾਈ ਪਰਮੇਸ਼ਰ ਦਾ ਸ਼ਬਦ ਤੁਹਾਡੇ ਕੋਲ ਚੁਰਾ ਲਵੇ, ਪਰਮੇਸ਼ਰ ਦੇ ਸ਼ਬਦ ਨੂੰ ਤੁਹਾਡੇ ਕੋਲ ਚੁਰਾ ਲਵੇ, ਪਰ ਤੁਸੀਂ ਆਪਣੇ ਸ਼ਬਦ ਨੂੰ ਖੁੰਝਣ ਨਹੀਂ ਦੇਣਾ, ਚੋਰੀ ਨਹੀਂ ਕਰਨ ਦੇਣਾ, ਉਹਨੂੰ ਆਪਣੇ ਦਿਮਾਗ ਵਿੱਚ, ਆਪਣੇ ਦਿਲ ਦੇ ਵਿੱਚ ਰੱਖਣਾ ਆ। ਜਿੰਨਾ ਚਿਰ ਪਰਮੇਸ਼ਰ ਦਾ ਸ਼ਬਦ ਸਾਡੇ ਦਿਲ ਦੇ ਦਿਮਾਗ ਦੇ ਵਿੱਚ ਉਤਰਦਾ ਨਹੀਂ, ਜੜ ਨਹੀਂ ਮਾਰਦਾ, ਉਹਨਾਂ ਚਿਰ ਅਸੀਂ ਕਦੀ ਵੀ ਫਾਇਦਾ ਨਹੀਂ ਲੈ ਸਕਦੇ, ਉਹਨਾਂ ਚਿਰ ਅਸੀਂ ਕਦੀ ਚੰਗੇ ਨਹੀਂ ਹੋ ਸਕਦੇ, ਉਹਨਾਂ ਚਿਰ ਕਦੀ ਵੀ ਸਾਡੀਆਂ ਆਤਮਿਕ ਅੱਖਾਂ ਖੁੱਲ ਨਹੀਂ ਸਕਦੀਆਂ, ਜਾਂ ਕਹਿੰਦੇ ਕਿ ਉਹਨਾਂ ਚਿਰ ਸਾਡੀ ਜ਼ਿੰਦਗੀ ਚੋਂ ਕਦੀ ਕੋੜ ਨਿਕਲ ਨਹੀਂ ਸਕਦਾ। ਅਸਲ ਨੂੰ ਕੱਢਣ ਦੀ ਲੋੜ ਆ, ਬੜਾ ਕੁਛ ਆ ਜਿਹੜਾ ਸਾਡੀ ਜ਼ਿੰਦਗੀ 'ਚ ਕੱਢ ਕੇ ਸੁੱਟਣ ਵਾਲਾ ਆ। ਉਸ ਜਮਾਨੂ ਨੇ ਕਿਹਾ ਧੋ ਕੇ ਸੁੱਟਿਆ, ਧੋਣ ਦਾ ਇਸ਼ਾਰਾ ਕੀ ਕੀਤਾ ਗਿਆ, ਤੋਬਾ ਕਰ, ਬਪਤਿਸਮਾ ਲੈ ਤੇ ਸਾਰਾ ਕੁਝ ਸੁੱਟ ਦੇ। ਨਮਾਜ਼ ਪੜ੍ਹਨ ਨੂੰ ਹਿੱਸਾ ਨਹੀਂ ਕਿਹਾ, ਜਰਦਨ ਦੇ ਵਿੱਚ ਜਾ 7 ਚੁੰਨੀਆਂ ਲਾ ਕੇ ਤੇ ਇੱਕ ਬੱਚੇ ਦੀ ਨਿਆਈ ਬਣ ਕੇ ਵਾਪਸ ਚਲਿਆ ਆ। ਅੱਜ ਸਾਨੂੰ ਆਪਣੇ ਆਪ ਨੂੰ ਸੁੱਧ ਕਰਨ ਦੀ ਲੋੜ ਆ, ਤੋਬਾ ਕਰਨ ਦੀ ਲੋੜ ਆ, ਬਪਤਿਸਮਾ ਲੈਣ ਦੀ ਲੋੜ ਆ, ਔਰ ਆਪਣੇ ਆਪ ਨੂੰ ਇੱਕ ਛੋਟੇ ਬੱਚੇ ਦੀ ਨਿਆਈ ਬਣਾਉਣ ਦੀ ਲੋੜ ਆ, ਜਿਹੜਾ ਸਾਰਿਆਂ ਨੂੰ ਪਿਆਰ ਕਰਦਾ ਆ। ਜੇ ਕਿਸੇ ਨੂੰ ਚਪੇੜ ਮਾਰੀ ਆ, ਘੜੀ ਨੂੰ ਫਿਰ ਉਹਦੇ ਮਨ ਜਾਂਦਾ ਆ, ਪਾਪਾ ਕਿੱਥੇ ਚਲੇ ਆ। ਹਾਲੇਲੂਇਆ। ਜੇ ਪਿਓ ਨੇ ਚਲ ਗਿਆ, ਦੱਸਾਂਗਾ ਮੈਨੂੰ ਫਿਰ ਨਹੀਂ ਡੈਡੀ ਮੈਂ ਵੀ ਨਾਲ ਜਾਣਾ ਆ, ਪਰ ਜਦੋਂ ਵੱਡਾ ਹੋ ਜਾਂਦਾ ਆ ਤਾਂ ਉਹਦੀ ਹਰਕਤਾਂ ਵੀ ਬਦਲ ਜਾਂਦੀਆਂ ਨੇ। ਤਾਂ ਪਰਮੇਸ਼ਰ ਜੀ ਕਹਿੰਦੇ ਤੂੰ ਤੇ ਬੱਚੇ ਵਰਗਾ ਬਣ। ਮਾਂ ਬਾਪ ਬੱਚੇ ਨੂੰ ਡਾਂਟਦਾ, ਬੱਚਾ ਫਿਰ ਮਾਂ ਬਾਪ ਨੂੰ ਭੱਜਦਾ, ਤੂੰ ਇਸ ਤਰ੍ਹਾਂ ਦਾ ਬਣ, ਮੈਂ ਤੈਨੂੰ ਡਾਂਟਦਾ ਤੂੰ ਮੇਰਾ ਖਹਿੜਾ ਨਾ ਛੱਡੇ, ਮੈਂ ਤੈਨੂੰ ਝਿੜਕਾਂ ਤੂੰ ਮੇਰਾ ਖਹਿੜਾ ਹੀ ਨਾ ਛੱਡੇ। ਤੁਹਾਨੂੰ ਪਤਾ ਇੱਕ ਔਰਤ ਨੇ ਯਿਸੂ ਮਸੀਹ ਦਾ ਖਹਿੜਾ ਨਹੀਂ ਸੀ ਛੱਡਿਆ, ਕਹਿੰਦੀ ਮੇਰੀ ਬੇਟੀ ਬਿਮਾਰ ਆ, ਉਹਦੇ ਤੇ ਕਿਰਪਾ ਨਜ਼ਰ ਕਰੋ। ਯਿਸੂ ਮਸੀਹ ਨੇ ਕਿਹਾ ਬੱਚਿਆਂ ਦੀ ਰੋਟੀ ਲੈ ਕੇ ਤੂਰੇ ਨੂੰ ਦੇਣੀ ਯੋਗ ਨਹੀਂ ਹੈਗੀ, ਕਹਿੰਦੀ ਜੇ ਠੀਕ ਆ ਤੇ ਤੂਰੇ ਵੀ ਤਾਂ ਬੱਚਿਆਂ ਦੇ ਬੱਚੇ ਖੁੱਚੇ ਨੂੰ ਖਾ ਕੇ ਹੀ ਪਾਲਦੇ ਆ, ਕਹਿੰਦਾ ਜਾ ਬੀਬੀ ਤੇਰੀ ਨੀਚਾ ਵੱਡੀ ਤੇਰੇ ਲਈ ਹੋ ਗਿਆ। ਹਾਲੇਲੂਇਆ। ਬਰਕਤ ਪਾਉਣੀ ਆ ਤਾਂ ਫੜ ਕੇ ਰੱਖਣਾ ਆ। ਮੈਂ ਪਕੜ ਤੇ ਵੀ ਕਿਤੇ ਦੱਸਾਂਗਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਫੜਿਆ ਉਹਨਾਂ ਨੇ ਬਰਕਤ ਪਾਈ ਆ। ਅੱਜ ਅਸੀਂ ਸਿਰਫ ਸ਼ਬਦ ਨੂੰ ਫੜਨਾ ਆ, ਜਿਹੜਾ ਸ਼ਬਦ ਸਾਡੇ ਲਈ ਲੱਗ ਗਿਆ ਆ। ਅਗਰ ਸਾਡੀਆਂ ਆਤਮਿਕ ਅੱਖਾਂ ਅਜੇ ਤੱਕ ਨਹੀਂ ਖੁੱਲੀਆਂ, ਮੈਂ ਰਾਤੀ ਪ੍ਰੇਰ ਦੇ ਵਿੱਚ ਵੀ ਦੱਸ ਰਿਹਾ ਸੀ, ਨੈਟ ਪ੍ਰੇਰ ਦੇ ਵਿੱਚ ਵੀ, ਭਈ ਅਗਰ ਜਿਨ੍ਹਾਂ ਨੂੰ ਅੱਜ ਤੱਕ ਪਰਮੇਸ਼ਰ ਦਾ ਕਲਾਮ ਪੜ੍ਹਿਆ ਨਹੀਂ ਜਾ ਰਿਹਾ, ਉਹ ਥੱਕ ਜਾਂਦੇ ਆ, ਸੌ ਜਾਂਦੇ ਆ, ਉਹਨਾਂ ਦੀ ਅੱਖਾਂ ਦੇ ਵਿੱਚ ਸੁਝਣ ਆ ਜਾਂਦੀ ਆ, ਉਹ ਬਚਨ ਉਹਨਾਂ ਦੀ ਸਮਝ ਨਹੀਂ ਆਉਂਦਾ, ਅੱਜ ਤੋਂ ਬਾਅਦ ਉਹਨਾਂ ਦੀ ਸਮਝ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਬੋਲੋ ਆਮੀਨ, ਆਮੀਨ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋੜ ਆ, ਉਹ ਬਾਰ-ਬਾਰ ਆਪਣੇ ਆਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਤਰੀਕੇ ਦੇ ਨਾਲ, ਪਰ ਉਹ ਕੋੜ ਅੰਦਰੋਂ ਜਾ ਨਹੀਂ ਰਿਹਾ। ਉਹ ਬੁਰਾਈ ਦਾ ਕੋੜ, ਉਹ ਚੁਗਲੀ ਦਾ ਕੋੜ, ਉਹ ਨਸ਼ੇ ਦਾ ਕੋੜ, ਉਹ ਵਿਚਾਰ ਦਾ ਕੋੜ, ਉਹ ਦੁਸ਼ਟਤਾਈ ਦਾ ਕੋੜ, ਹੇਰਾਫੇਰੀ ਦਾ ਕੋੜ, ਉਹ ਕਿਸੇ ਵੀ ਕਿਸਮ ਦਾ ਕੋੜ, ਨਸ਼ੇ ਦਾ ਕੋੜ ਜਾਂ ਕਿਸੇ ਹੋਰ ਤਰੀਕੇ ਦਾ ਕੋੜ। ਅੱਜ ਤੋਂ ਬਾਅਦ ਜਦੋਂ ਤੁਸੀਂ ਪਰਮੇਸ਼ਰ ਦੇ ਇਸ ਸ਼ਬਦ ਨੂੰ ਲੈ ਕੇ ਘਰੇ ਜਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚੋਂ ਸਾਰੇ ਕੋੜ ਜਿਹੜੇ ਕੋੜ ਨੇ ਫੇਰੀਆਂ ਤੇ ਅੱਜ ਤੋਂ ਬਾਅਦ ਉਹ ਖਤਮ ਹੋਣੇ ਸ਼ੁਰੂ ਹੋ ਜਾਣਗੇ। ਬੋਲੋ ਆਮੀਨ, ਹਾਲੇਲੂਇਆ। ਪਰਮੇਸ਼ਰ ਦੇ ਪਿਆਰਿਓ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਤੁਹਾਨੂੰ ਇਸ ਜਿੰਦਾ ਕਲਾਮ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਬਰਕਤ ਦੇਣ। ਜਿਹਨੇ ਇਸ ਜਗ੍ਹਾ ਤੇ ਬੈਠੇ ਸੁਣ ਰਹੇ ਆ, ਪਰਮੇਸ਼ਰ ਇਹਨਾਂ ਨੂੰ ਬਰਕਤ ਦੇਣ। ਜਿਹੜੇ ਆਨਲਾਈਨ ਸੁਣ ਰਹੇ ਆ, ਪਰਮੇਸ਼ਰ ਵੀ ਉਹਨਾਂ ਨੂੰ ਵੀ ਸਾਰਿਆਂ ਨੂੰ ਬਰਕਤ ਦੇਣ। ਸਾਨੂੰ ਸਿਰਫ ਪਰਮੇਸ਼ਰ ਦੇ ਸ਼ਬਦ ਦੇ ਉੱਤੇ ਮੰਨਣ ਕਰਨ ਦੀ ਲੋੜ ਆ। ਪਰਮੇਸ਼ਰ ਸਾਨੂੰ ਸ਼ਬਦ ਲਾਉਂਦੇ ਆ, ਅਸੀਂ ਸ਼ਬਦ ਨੂੰ ਲੈ ਕੇ ਚੱਲਣਾ ਆ। ਪਰਮੇਸ਼ਰ ਆਪਣੇ ਸ਼ਬਦਾਂ ਦੇ ਦੁਆਰਾ ਸਾਨੂੰ ਬਣਾਇਆ ਆ, ਔਰ ਪਰਮੇਸ਼ਰ ਆਪਣੇ ਸ਼ਬਦਾਂ ਦੇ ਦੁਆਰਾ ਸਾਨੂੰ ਬਰਕਤ ਦੇਣੀ ਜਾਣਦੇ ਆ। ਜਿੰਨਾ ਚਿਰ ਪਰਮੇਸ਼ਰ ਦਾ ਸ਼ਬਦ ਸਾਡੀ ਜ਼ਿੰਦਗੀ 'ਚ ਨਹੀਂ ਉਤਰਦਾ, ਉਹਨਾਂ ਚਿਰ ਅਸੀਂ ਕਦੇ ਵੀ ਉਸ ਮੁਕਾਮ ਤੇ ਨਹੀਂ ਪਹੁੰਚ ਸਕਦੇ ਜਿੱਥੇ ਪਰਮੇਸ਼ਰ ਸਾਨੂੰ ਲੈ ਕੇ ਜਾਣਾ ਚਾਹੁੰਦੇ ਆ। ਇਸੇ ਕਰਕੇ ਪ੍ਰਭੂ ਯਿਸੂ ਮਸੀਹ ਜੀ ਨੇ ਉਸ ਜਮਾਨੂ ਅੰਨੇ ਨੂੰ ਕਿਹਾ ਸੀਗਾ, ਭਾਈ ਇਸ ਕਰਕੇ ਅੰਨਾ ਪੈਦਾ ਹੋਇਆ ਤਾਂ ਜੋ ਇਹਦੇ ਵਿੱਚ ਮੇਰੇ ਕੰਮ ਪ੍ਰਗਟ ਹੋਣ। ਤੁਸੀਂ ਜਿੰਨੇ ਆਨਲਾਈਨ ਸੁਣ ਰਹੇ ਹੋ, ਉਹ ਸਾਰੇ ਪਰਮੇਸ਼ਰ ਦੇ ਕਲਾਮ ਨੂੰ ਸਿੱਖੀਏ ਔਰ ਆਪਣੀ ਜ਼ਿੰਦਗੀ ਵਿੱਚ ਉਤਾਰੀਏ। ਪਰਮੇਸ਼ਰ ਦੇ ਲਈ ਸਮਾਂ ਕੱਢੀਏ, ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਈਏ, ਔਰ ਪਰਮੇਸ਼ਰ ਤੁਹਾਡੇ ਹਰ ਇੱਕ ਅੰਨੇਪਣ ਨੂੰ ਖਤਮ ਕਰਨਗੇ। ਔਰ ਨਾਲ ਦੇ ਨਾਲ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਦਾਸਾਂ ਦੇ ਸਭ ਇਕਜੁੱਟ ਹੋ ਜਾਈਏ। ਜਿੰਨਾ ਚਿਰ ਅਸੀਂ ਆਪਣੇ ਦਾਸ ਦੇ ਨਾਲ ਇਕਜੁੱਟ ਨਹੀਂ ਹੁੰਦੇ, ਉਹਨਾਂ ਚਿਰ ਕਦੀ ਵੀ ਅਸੀਂ ਪਰਮੇਸ਼ਰ ਦੇ ਨਾਲ ਇਕਜੁੱਟ ਨਹੀਂ ਹੋ ਸਕਦੇ। ਅਗਰ ਅਸੀਂ ਭੱਜ ਦੌੜ ਚਲਾਵਾਂਗੇ ਤਾਂ ਸਾਡੀ ਸਾਰੀ ਜ਼ਿੰਦਗੀ ਅੰਨੇਪਣ ਵਿੱਚ ਤੇ ਕੋੜ ਦੇ ਵਿੱਚ ਨਿਕਲੇਗੀ। ਅਸੀਂ ਇਸ ਅੰਨੇਪਣ ਤੋਂ ਤੇ ਕੋੜ ਤੋਂ ਬਰਕਤ ਪਾਉਣੀ ਆ ਔਰ ਪਰਮੇਸ਼ਰ ਦੇ ਨਾਲ ਇਕਜੁੱਟ ਹੋਣਾ ਆ। ਪਰਮੇਸ਼ਰ ਤੁਹਾਨੂੰ ਇਸ ਕਲਾਮ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਬਰਕਤ ਦੇਣ। ਥੋੜੇ ਸਮੇਂ ਦੇ ਲਈ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਤਾਰੀਫ, ਤਾਰੀਫ, ਤਾਰੀਫ। ਜਿੰਦ ਪਰਮੇਸ਼ਰ ਦਾ ਧੰਨਵਾਦ, ਤੁਹਾਡਾ ਸ਼ੁਕਰ ਕਰਦਾ ਮੇਰੇ ਪ੍ਰਭੂ ਜੀ, ਜਿਨ੍ਹਾਂ ਤੇ ਲੋਕਾਂ ਨੇ ਤੁਹਾਡਾ ਕਲਾਮ ਸੁਣਿਆ
ਆਫਲਾਈਨ ਸੁਣਿਆ ਜਾਂ ਆਨਲਾਈਨ ਸੁਣਿਆ ਜਾਂ ਸੁਣ ਲਿਆ ਜਾਂ ਸੁਣ ਲਿਆ, ਉਹਨਾਂ ਸਾਰਿਆਂ ਤੇ ਤੁਹਾਡੀ ਵੱਡੀ ਕਿਰਪਾ ਹੋਵੇ। ਸਾਰਿਆਂ ਦੀ ਜ਼ਿੰਦਗੀ ਵਿੱਚੋਂ ਅੰਨਾਪਣ ਖਤਮ ਹੋਵੇ, ਸਾਰਿਆਂ ਦੀ ਜ਼ਿੰਦਗੀ ਵਿੱਚੋਂ ਕੋੜ ਨਿਕਲੇ। ਉਹ ਮੇਰੇ ਗੁਰੂ ਜੀ ਆਪਣੇ ਸ਼ਬਦਾਂ ਦੇ ਦੁਆਰਾ ਇੱਕ ਇੱਕ ਨੂੰ ਸ਼ੁੱਧ ਕਰੋ ਔਰ ਇੱਕ ਇੱਕ ਨੂੰ ਆਤਮਿਕ ਕਰਕੇ ਦਿਓ। ਤੇਰਾ ਧੰਨਵਾਦ, ਤੇਰਾ ਸ਼ੁਕਰ। ਹਾਲੇਲੂਇਆ, ਹਾਲੇਲੂਇਆ।